जिसमें अमृत ज्ञान है, मानक भगत वैरागो। श्री गुरु ग्रंथ साहिब उदद बंदो कर अनुरागो। एक अंकार सतगुरु तेह प्रसाद सच। वाहिगुरु जी की फतेह। विघ्न विनाशन सोए, सुकाओ होटल गुर से। कहनिस सहज दर्शन परसै गुरु का। जन्म मरण दुख जाए, सिफत खसामदी। नूर अरसों कुरसों चटिया, डिठे सचे पातशाह मल। मल जन्म जन्म दी, तुद डिठे सचे पातशाह। मल जन्म जन्म दी कटी कोप कै आप कहलूरपति। हनुमान को मंत्र जप्यो मुख माही। और होते गिरनाथ सहायक, तूरन कीन्ह कारण ताही। वाहिगुरु जी का खालसा, वाहिगुरु जी की फतेह। फतेह। सतगुरां दी साजी नवाजी गुरु की संगत। धन गुरु गोबिंद सिंह महाराज का इतिहास लड़ीवार कथा दे अंदर आपां सरवण करन वास्ते गुरु दरबार विच आके पहुँचे हैं। अल्फ खान नाम का जिहड़ा पठान है, वड्डी फौज लैके राजा भीम चंद दे नाल जंग करन वास्ते एक उच्चे टिब्बे दे उपर 4 चफेरे लकड़ां दा बन बना के उन्हां लकड़ां दे अंदर लकड़ां दा ही किला अपनी ओट वास्ते बनाया। एक वाड़ा बना लिया, उहदे विच फौज लैके बैठा। इधरों भीम चंद राजा अपने नाल 3-4 होर राजे लैके फौज लैके ते जंग करदा पिया। पर जंग दे विच इहदी फौज दा कोई जोर नहीं चलदा, क्योंकि दुश्मन उच्ची थां ते है। लकड़ां दा वाड़ा उन्हां दी बचा करदा पिया। जदों बहुते फौजी इस दे जंग विच मारे गए, नवें नवें पैतड़े ये अपनाउंदा पिया। की करदा है वो अज आपां बचन सरवण करांगे। आओ मिल के आखिए सतनाम श्री वाहिगुरु साहिब जी। कोप कै आप कहलूरपति। हनुमान को मंत्र जप्यो मुख माही। क्योंकि ये हिंदू राजा है। जदों फौज का जोर नहीं चलिया जंग दे विच, इहने हनुमान नूं पढ़िया। हनुमान का चलीसा है, जय जगदीश ज्ञान गुर सागर। इस तरह करके उसनूं पढ़ते हैं। हनुमान दे जाप नूं करदा, मंत्रां दा जाप करदा भी मंत्रां दे बल दे नाल मैं इस जंग नूं जितना करां। और होते गिरनाथ सहायक, तूरन कीन्ह कारण ताही। बाकी जिहड़े होर पहाड़ी राजे सन, जिहड़े जंग विच हाले तक पहुँचे नहीं, उन्हां नूं भी सुनेहा भेजिआ, आओ मेरी मदद वास्ते सारे जाने आपां इकट्ठे हो जाइए। अपनी फौज की ताकत वधाउंदा पिया। मेरी फौज की ताकत बहुती होवे, गिनती वड्डी होवे,
ਤੇ ਨਾਲ ਮੰਤਰਾਂ ਦਾ ਜਾਪ ਕਰਦਾ ਹੈ। ਊਪ ਪ੍ਰਿਥੀ ਸਸ ਔ ਜਸ ਰੋਟੀਆ ਔ ਜਸਵਾਰੀਆ ਸਾਤ ਸਿਪਾਹੀ। ਕਹਿਣ ਲੱਗੇ ਵੀ ਇਹਦੇ ਨਾਲ ਪ੍ਰਿਥੀ ਚੰਦ ਰਾਜਾ, ਇਸੇ ਤਰ੍ਹਾਂ ਜਸੋਵਾਲੀਆ ਰਾਜਾ, ਇਹ ਸਾਰੇ ਰਾਜੇ ਜਿਹੜੇ ਨੇ ਸਮੇਤ ਸਿਪਾਹੀਆਂ ਦੇ ਸਮੇਤ ਫੌਜ ਦੇ ਇਹਦੇ ਨਾਲ ਹਨ। ਲੈ ਮੁੰਡਿਓ ਹਿਤ ਬਾਰ ਕੇ ਮਾਰਨ ਸਨਮੁਖ ਹੋਏ ਹਟੇ ਪਗ ਨਾਹੀ। ਇਹ ਸਾਰਿਆਂ ਨੂੰ ਲੈ ਕੇ ਨਾਲੇ ਤੇ ਮੰਤਰ ਪੜ੍ਹਦਾ ਪਿਆ, ਨਾਲੇ ਫੌਜ ਦਾ ਬੜਾ ਭਾਰੀ ਕਹਿਰੀ ਹੱਲਾ, ਜ਼ੋਰਦਾਰ ਹੱਲਾ ਕੀਤਾ ਹੈ। ਸੂਰਮਿਆਂ ਨੂੰ ਵੰਗਾਰ ਕੇ ਆਖਿਆ ਪੈਰ ਨਹੀਂ ਪਿੱਛੇ ਰੱਖਣਾ, ਅੱਗੇ ਭਾਵੇਂ ਮੌਤ ਮਿਲੇ ਉਹ ਵੀ ਪ੍ਰਵਾਨ ਕਰਨੀ ਹੈ। ਇਸ ਤਰ੍ਹਾਂ ਸੂਰਮਿਆਂ ਨੂੰ ਲੈ ਕੇ ਅੱਗੇ ਵਧਿਆ ਹੈ। ਨਾਹੇ ਚਲਿਓ ਬਸ ਚਿੰਤ ਲਿਓ ਗ੍ਰਸ ਸ੍ਰੀ ਗੁਰੂ ਕੋ ਸਿਮਰਿਓ ਤਿਸ ਕਾਲਾ। ਵਸ ਨਹੀਂ ਚੱਲਿਆ, ਜ਼ੋਰ ਨਹੀਂ ਚੱਲਿਆ ਜੰਗ ਦੇ ਵਿੱਚ। ਨਾ ਬਹੁਤੇ ਰਾਜਿਆਂ ਦੀ ਫੌਜ ਨੇ ਮਦਦ ਕੀਤੀ ਹੈ, ਨਾ ਕੋਈ ਮੰਤਰ ਚੱਲਿਆ। ਉਸ ਵੇਲੇ ਫਿਰ ਸਤਿਗੁਰਾਂ ਨੂੰ ਯਾਦ ਕਰਦਾ ਹੈ। 100 ਤੂਰਨ ਹੀ ਪਠ ਜਾਹੋ ਪ੍ਰਭੂ ਟਿਗ ਥਾਨ ਉਤਾਲਾ। ਇਸ ਨੇ ਘੋੜਸਵਾਰ ਇੱਕ ਭੇਜਿਆ ਭੀਮ ਚੰਦ ਰਾਜੇ, ਤੇ ਘੋੜਸਵਾਰ ਨੂੰ ਆਖਿਆ ਵੀ ਛੇਤੀ ਨਾਲ ਉੱਥੇ ਜਾ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਨੇ, ਮਹਾਰਾਜ ਨੂੰ ਬੁਲਾ ਕੇ ਲਿਆ। ਗੁਰਮੁਖੋ ਇਹ ਜਿਹੜਾ ਭੀਮ ਚੰਦ ਰਾਜਾ ਹੈ ਨਾ, ਵੈਸੇ ਸਤਿਗੁਰਾਂ ਨੂੰ ਵਰਤਣਾ ਚਾਹੁੰਦਾ ਸੀ, ਔਰ ਚਾਹੁੰਦਾ ਇਹ ਸੀ ਵੀ ਜੰਗ ਮੈਂ ਜਿੱਤਾਂ, ਮਹਾਰਾਜ ਦਾ ਨਾਮ ਵਰਤ ਲਵਾਂ, ਪਰ ਜੰਗ ਦੇ ਵਿੱਚ ਮੋਹਰੀ ਹੋ ਕੇ ਮੇਰੀ ਫੌਜ ਲੜੇ ਔਰ ਜੰਗ ਦੇ ਜਿੱਤ ਦਾ ਸਿਹਰਾ ਮੈਨੂੰ ਵੱਜੇ। ਬਾਕੀ ਰਾਜਿਆਂ ਵਿੱਚ ਮੇਰੀ ਪੈਂਠ ਬਣੇ ਚੰਗੀ ਤਰ੍ਹਾਂ, ਮੇਰਾ ਮਾਣ ਬਣੇ, ਬਾਕੀ ਰਾਜਿਆਂ ਵਿੱਚ ਮੇਰਾ ਸਤਿਕਾਰ ਬਣੇ ਵੀ ਮੈਂ ਔਰ ਮੇਰੀ ਫੌਜ ਨੇ ਜੰਗ ਜਿੱਤਿਆ। ਸਤਿਗੁਰਾਂ ਦਾ ਕੇਵਲ ਨਾਮ ਵਰਤਣਾ ਚਾਹੁੰਦਾ ਹੈ, ਜੰਗ ਦਾ ਜਿੱਤ ਦਾ ਸਿਹਰਾ ਆਪਣੇ ਆਪ ਨੂੰ ਬੰਨ੍ਹਣਾ ਚਾਹੁੰਦਾ। ਇਸ ਕਰਕੇ ਪਹਿਲਾਂ ਤੇ ਮਹਾਰਾਜ ਨੂੰ ਪਿੱਛੇ ਹੀ ਰੱਖ ਛੱਡਿਆ ਵੀ ਮਹਾਰਾਜ ਜਦੋਂ ਲੋੜ ਪਵੇਗੀ ਨਾ ਤੁਹਾਨੂੰ ਉਦੋਂ ਬੁਲਾਵਾਂਗੇ। ਆਪਣੀ ਫੌਜ ਦੀ ਤਾਕਤ ਲਾ ਕੇ ਵੇਖ ਲਈ ਹੈ, ਜਿਹੜੇ ਮੰਤਰ ਇਹਨੇ ਪੜ੍ਹਨੇ ਸਨ ਪੜ੍ਹ ਕੇ ਵੇਖ ਲੈ। ਜਦੋਂ ਵੇਖਿਆ ਵੀ ਹੁਣ ਮੰਤਰ ਵੀ ਕੁਝ ਨਹੀਂ ਕਰਦੇ ਪਏ, ਮੇਰੀ ਫੌਜ ਵੀ ਕੁਝ ਨਹੀਂ ਕਰ ਸਕੀ, ਹੁਣ ਹਾਰ ਦਾ ਮੂੰਹ ਵੇਖਣਾ ਪਵੇਗਾ। ਹੁਣ ਧੰਨ ਗੁਰੂ ਗੋਬਿੰਦ ਸਿੰਘ ਤੋਂ ਬਿਨਾਂ ਮੇਰੀ ਮਦਦ ਕੋਈ ਨਹੀਂ ਕਰ ਸਕਦਾ। ਉਸ ਵੇਲੇ ਜਦੋਂ ਸਿਰੋਂ ਪਾਣੀ ਲੰਘਿਆ ਨਾ ਵੀ ਹੁਣ ਮੈਂ ਗਿਆ, ਖਤਮ ਹੋ ਗਿਆ, ਫਿਰ ਮਹਾਰਾਜ ਨੂੰ ਬੁਲਾਉਣ ਵਾਸਤੇ ਇਸ ਨੇ ਆਪਣੇ ਕੁਝ ਘੋੜ ਸਵਾਰ ਜਿਹੜੇ ਵਿਅਕਤੀ ਭੇਜੇ ਹਨ। ਸ਼੍ਰੀ ਮੁਖ ਤੇ ਬਰ ਦੀਨ ਵਿਜੈ ਕਹੋ ਸੋਆ ਬਸਾਜ ਕਰੋ ਬਰਨਾਲਾ। ਤੇ ਸਤਿਗੁਰੂ ਪਾਤਸ਼ਾਹ ਨੂੰ ਸੁਨੇਹਾ ਦੇਣ ਵਾਸਤੇ ਘੋੜ ਸਵਾਰ ਨੂੰ ਇਹ ਗੱਲ ਕਹਿ ਕੇ ਭੇਜੀ ਹੈ ਵੀ ਮਹਾਰਾਜ ਨੂੰ ਕਹੋ ਕਿ ਸਤਿਗੁਰੂ ਪਾਤਸ਼ਾਹ ਤੁਸੀਂ ਮੈਨੂੰ ਵਰ ਦਿੱਤਾ ਹੈ, ਵਾਰ ਇਹ ਦਿੱਤਾ ਵੀ ਭੀਮ ਚੰਦ ਰਾਜੇ ਤੇਰੀ ਜੰਗ ਵਿੱਚ ਜਿੱਤ ਹੋਵੇਗੀ। ਜੇ ਸਤਿਗੁਰਾਂ ਨੇ ਵਾਰੇ ਦਿੱਤਾ ਤੇ ਫਿਰ ਮੇਰੇ ਤੇ ਕਿਰਪਾ ਕਰਨ, ਮੈਨੂੰ ਇਸ ਜੰਗ ਦੇ ਵਿੱਚੋਂ ਵਿਜয়ੀ ਕਰਾਉਣ, ਮੈਨੂੰ ਜਿਤਾ ਵੀ ਦੇਣ। ਹੁਣ ਜੇ ਵਰ ਦਿੱਤਾ ਤੇ ਉਸ ਵਰ ਦੀ ਆਪ ਇੱਜ਼ਤ ਲਾਜ ਰੱਖਣਾ ਕਰਨਾ। ਹਉ ਸ਼ਰਨਾਗਤ ਰਾਵਰ ਕੀ ਜਸ ਦੇਹੋ ਸਹਾਇਕ ਹੋਇ ਗ੍ਰਿਪ ਕਾਲਾ। ਸਤਿਗੁਰੂ ਪਾਤਸ਼ਾਹ ਮੈਂ ਆਪ ਜੀ ਦੀ ਸ਼ਰਨ ਵਿੱਚ ਹਾਂ, ਮੈਨੂੰ ਆਪ ਜੀ ਜਸ ਬਖਸ਼ਿਸ਼ ਕਰੋ ਤੇ ਵੈਰੀ ਨੂੰ ਆਪ ਜੀ ਮਾਰੋ। ਚਾਹੁੰਦਾ ਤੇ ਪਹਿਲਾਂ ਇਹ ਸੀ ਵੀ ਮੈਂ ਹੀ ਵੈਰੀ ਨੂੰ ਖਤਮ ਕਰਾਂ ਔਰ ਜਸ ਦਾ ਸਿਹਰਾ ਮੈਂ ਬੰਨਾਂ, ਪਰ ਹੁਣ ਜਦੋਂ ਜ਼ੋਰ ਨਹੀਂ ਚੱਲਿਆ ਕਿਸੇ ਬੰਨੇ ਤੇ ਹੁਣ ਕਹਿ ਰਿਹਾ ਵੀ ਮਹਾਰਾਜ ਦੁਸ਼ਮਣ ਨੂੰ ਤੁਸੀਂ ਆ ਕੇ ਮਾਰੋ ਤੇ ਮੈਨੂੰ ਜੰਗ ਦੇ ਵਿੱਚੋਂ ਜਿੱਤ ਪ੍ਰਾਪਤ ਕਰਵਾਓ, ਮੈਨੂੰ ਜਸ ਦਿਓ ਤੇ ਦੁਸ਼ਮਣ ਨੂੰ ਨਾਸ ਕਰਨਾ ਕਰੋ। ਆਨ ਤਵੈ ਅਸਵਾਰ ਪ੍ਰਭੂ ਢਿਗ ਬੇਨਤ ਕੀਨ ਉਚਾਰਨ ਕਉ। ਜਿੱਥੇ ਸਤਿਗੁਰੂ ਬੈਠੇ ਸਨ ਗਰੀਬ ਨਵਾਜ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਰਾਜੇ ਭੀਮ ਚੰਦ ਦਾ ਭੇਜਿਆ ਹੋਇਆ ਸਿਪਾਹੀ ਛੇਤੀ ਨਾਲ ਘੋੜਾ ਦੌੜਾ ਕੇ ਉੱਥੇ ਪਹੁੰਚਿਆ ਜਿੱਥੇ ਮਹਾਰਾਜ ਸਾਹਿਬ ਜੀ ਬਿਰਾਜੇ ਹੋਏ ਹਨ। ਉਪਤ ਹੋਏ ਲਚਾਰ ਰਹਿਓ ਰਨ ਬੀਚ ਜੁਟਿਓ ਰਿਪ ਮਾਰਨ ਕਉ। ਆ ਕੇ ਸਿਪਾਹੀ ਨੇ ਦੱਸਿਆ ਮਹਾਰਾਜ ਸਾਡਾ ਰਾਜਾ ਜੰਗ ਵਿੱਚ ਲਾਚਾਰ ਹੋ ਗਿਆ, ਹੁਣ ਉਹਦਾ ਚਾਰਾ ਕੋਈ ਨਹੀਂ ਚੱਲਦਾ, ਹੁਣ ਜੰਗ ਵਿੱਚ ਉਹ ਜਿੱਤ ਨਹੀਂ ਪ੍ਰਾਪਤ ਕਰ ਸਕਦਾ। ਫਿਰ ਕੀ ਹੋਵੇ ਮਹਾਰਾਜ ਆਪ ਹੁਣ ਕਿਰਪਾ ਕਰੋ, ਸਾਡੇ ਰਾਜੇ ਦੀ ਮਦਦ ਕਰੋ ਤੇ ਜੰਗ ਦੇ ਵਿੱਚ ਉਹਨੂੰ ਜਿੱਤ ਦਿਵਾਉਣਾ ਕਰੋ। ਆਪ ਕੀ ਸ਼ਾਮ ਗਹੀ ਕਰ ਭਾਵ ਵਿਜੈ ਹਿਤ ਕੀਨ ਹਕਾਰਨ ਕਉ। ਸਤਿਗੁਰੂ ਪਾਤਸ਼ਾਹ ਜੀ ਅਸੀਂ ਆਪ ਜੀ ਦੀ ਸ਼ਾਮ ਕਹੀਏ ਸ਼ਰਨ ਤੱਕ ਹੀ ਹੈ, ਜੰਗ ਲੜਨ ਤੋਂ ਪਹਿਲਾਂ ਤੁਹਾਡੇ ਨਾਲ ਸਲਾਹ ਕੀਤੀ ਹੈ ਮਹਾਰਾਜ ਜੰਗ ਲੜੀਏ ਜਾਂ ਕੀ ਕਰੀਏ, ਤੇ ਪਾਤਸ਼ਾਹ ਤੁਸੀਂ ਉਦੋਂ ਇਹ ਗੱਲ ਆਖੀ ਸੀ ਵੀ ਜੰਗ ਲੜ ਕੇ ਤੇ ਜਿੱਤ ਲਵੋ। ਮਹਾਰਾਜ ਤੁਹਾਡੀ ਸਲਾਹ ਦੇ ਨਾਲ ਅਸੀਂ ਜੰਗ ਕੀਤਾ ਹੈ, ਹੁਣ ਅਸੀਂ ਜੰਗ ਹਾਰਦੇ ਪਏ ਹਾਂ,
ਕਿਰਪਾ ਕਰਕੇ ਆਪ ਵਿੱਚ ਆਓ ਜੰਗ ਦੇ ਤੇ ਸਾਨੂੰ ਜਿੱਤ ਦਿਵਾਉਣਾ ਕਰੋ। ਆਯੁਧ ਧਾਰ ਚਲੋ ਅਗਵਾਰ ਮਹਾਬਲ ਭਾਰ ਪ੍ਰਹਰਨ ਕਉ। ਸਤਿਗੁਰੂ ਪਾਤਸ਼ਾਹ ਇਸ ਵੇਲੇ ਸ਼ਸਤਰ ਧਾਰਨ ਕਰੋ। ਸ਼ਾਸਤਰ ਧਾਰਨ ਕਰਕੇ ਤੇ ਅਗਵਾਰ ਅੱਗੇ ਆਪ ਦੀ ਚੱਲੋ। ਸਾਡੀ ਅਗਵਾਈ ਤੁਸੀਂ ਕਰੋ। ਅੱਗੇ ਲਾ ਕੇ ਆਪ ਚੱਲੋ ਮਹਾਰਾਜ। ਸ਼ਸਤਰਾਂ ਨੂੰ ਧਾਰਨ ਕਰਕੇ ਆਪ ਜੀ ਬਹੁਤ ਵੱਡੇ ਬਲ ਵਾਲੇ ਹੋ ਤੇ ਬਾਹਰ ਪਹਾੜਨ ਜਿਹੜੇ ਪਹਾੜੀਏ ਨੇ ਉਹਨਾਂ ਦੀ ਮਹਾਰਾਜ ਆਪ ਜੀ ਵਾੜ ਹੋ, ਉਹਨਾਂ ਦੀ ਆਪ ਰੱਖਿਆ ਕਰਨ ਵਾਲੇ ਹੋ। ਸ੍ਰੀ ਗੁਰੂ ਤੇਗ ਬਹਾਦਰ ਨੰਦਨ ਤੇਗ ਬਹਾਦਰ ਯੋਂ ਸੁਧ ਪਾਈ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਪੁੱਤਰ ਇਹ ਬਹਾਦਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪ ਜੀ ਕਿਰਪਾ ਕਰੋ। ਜਦੋਂ ਇਹ ਬੇਨਤੀ ਕੀਤੀ ਸਾਰੀ ਖਬਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਜਦੋਂ ਪ੍ਰਾਪਤ ਹੋਈ ਹੈ। ਥਾਨ ਉਤੰਗ ਪੈ ਜੰਗ ਪਰਿਓ ਭਟ ਭੰਗ ਭਏ ਬੜ ਮਾਰ ਮਚਾਈ। ਦੱਸਿਆ ਗਿਆ ਮਹਾਰਾਜ ਦੁਸ਼ਮਣ ਉੱਚੀ ਥਾਂ ਤੇ ਬੈਠਾ, ਅਸੀਂ ਨੀਵੀਂ ਥਾਂ ਤੇ ਬੈਠੇ ਹਾਂ। ਸਾਡਾ ਉਹਨਾਂ ਤੱਕ ਪਹੁੰਚ ਨਹੀਂ ਹੋ ਰਹੀ ਹੈ। ਸਾਡੇ ਦੁਸ਼ਮਣ ਮਰਦੇ ਜਾ ਰਹੇ ਨੇ, ਫਟੜ ਹੁੰਦੇ ਜਾ ਰਹੇ, ਨਾਸ ਹੁੰਦੇ ਜਾ ਰਹੇ। ਆਪ ਜੀ ਕਿਰਪਾ ਕਰਕੇ ਜੰਗ ਵਿੱਚ ਜਿੱਤ ਦਿਵਾਉਣਾ ਕਰੋ। ਆਯੁਧ ਧਾਰ ਲਿਏ ਤਤਕਾਲ ਭਏ ਅਸਵਾਰ ਗਏ ਸਮੁਦਾਈ। ਸਤਿਗੁਰੂ ਪਾਤਸ਼ਾਹ ਨੇ ਸੁਣੇ ਬਚਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਛੇਤੀ ਦੇ ਨਾਲ ਜੰਗ ਵਾਲੇ ਵਸਤਰ ਮਹਾਰਾਜ ਨੇ ਧਾਰਨ ਕੀਤੇ ਤੇ ਪਾਤਸ਼ਾਹ ਨੇ ਸੂਰਮਿਆਂ ਨੂੰ ਹੁਕਮ ਕੀਤਾ, ਚਲੋ ਖਾਲਸਾ ਜੀ ਜੰਗ ਜਿੱਤੀਏ, ਚੱਲ ਕੇ ਰਾਜੇ ਭੀਮ ਚੰਦ ਦੀ ਮਦਦ ਕਰੀਏ। ਇਸ ਤਰ੍ਹਾਂ ਕਹਿ ਕੇ ਮਹਾਰਾਜ ਘੋੜੇ ਦੇ ਉੱਪਰ ਸਵਾਰ ਹੋਏ ਹਨ। ਤੁੰਦ ਤੁਰੰਗਮ ਕੀਨ ਤਵੈ ਰਣ ਰੰਗ ਬਿਖੈ ਹੋਏ ਕੈ ਸਮੁਹਾਈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਆਪਣੇ ਘੋੜੇ ਨੂੰ ਫਿਰ ਦੁੜਾਇਆ। ਜਿੱਥੇ ਜੰਗ ਦਾ ਮੈਦਾਨ ਭਖਿਆ ਹੋਇਆ ਨਾ, ਜੰਗ ਲੜਿਆ ਜਾ ਰਿਹਾ, ਪਾਤਸ਼ਾਹ ਜੀ ਉਧਰ ਨੂੰ ਘੋੜੇ ਨੂੰ ਕਰਕੇ ਬੜੀ ਛੇਤੀ ਦੇ ਨਾਲ ਘੋੜੇ ਨੂੰ ਭਜਾ ਕੇ ਜੰਗ ਦੇ ਸਾਹਮਣੇ ਪਹੁੰਚੇ ਹਨ। ਸ਼੍ਰੀ ਪ੍ਰਭ ਕੋ ਨਿਰਭ ਆਵਤ ਦੇਖ ਪਠਾਏ ਸੌ ਬੇਨੰਤ ਉਚਾਰੀ। ਜਦੋਂ ਵੇਖਿਆ ਉਹ ਸਾਹਮਣੇ ਮਹਾਰਾਜ ਆ ਗਏ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੇ ਸਤਿਗੁਰੂ ਪਾਤਸ਼ਾਹ ਜੀਆਂ ਨੂੰ ਸਾਹਮਣੇ ਵੇਖ ਕੇ ਉਸ ਵੇਲੇ ਰਾਜੇ ਨੇ ਘੋੜਸਵਾਰ ਵਿਅਕਤੀ ਭੇਜੇ ਆਪਣੇ ਵੱਲੋਂ। ਘੋੜਸਵਾਰ ਵਿਅਕਤੀ ਭੇਜ ਕੇ ਸਤਿਗੁਰਾਂ ਨੂੰ ਫਿਰ ਐਸੀਆਂ ਬੇਨਤੀਆਂ ਉਸ ਵੇਲੇ ਫਰਮਾਈਆਂ, ਐਸੀਆਂ ਬੇਨਤੀਆਂ ਉਸ ਵੇਲੇ ਕੀਤੀਆਂ ਹਨ। ਆਪ ਬਹਾਦਰ ਧੀਰ ਬੜੇ ਸਗਰੇ ਦਲ ਕੇ ਅਬ ਹੋਏ ਅਗਾਰੀ। ਸਤਿਗੁਰੂ ਪਾਤਸ਼ਾਹ ਆਪ ਜੀ ਬੜੇ ਬਹਾਦਰ ਹੋ, ਬੜੇ ਵੱਡੇ ਸੂਰਮੇ ਹੋ, ਆਪ ਜੀ ਦਲ ਦੀ ਅਗਵਾਈ ਕਰੋ। ਗੁਰਮੁਖੋ ਜਦੋਂ ਅੱਗੋਂ ਮਾਰ ਪੈਣੀ ਹੈ ਨਾ, ਡਾਢੀ ਮਾਰ ਪੈਣੀ ਹੈ, ਤੇ ਫਿਰ ਮਾਰ ਤੋਂ ਬਚਣ ਵਾਸਤੇ ਫਿਰ ਸਤਿਗੁਰੂ ਵੀ ਆਪ ਅੱਗੇ ਹੋ ਜਾਓ। ਪਹਿਲਾਂ ਭੀਮ ਚੰਦ ਰਾਜਾ ਇਹ ਚਾਹੁੰਦਾ ਹੈ ਵੀ ਮੈਂ ਅੱਗੇ ਹੋ ਕੇ ਜੰਗ ਲੜਾ ਔਰ ਜੰਗ ਵਿੱਚੋਂ ਜਿੱਤ ਪ੍ਰਾਪਤ ਕਰਾਂ। ਜਦੋਂ ਵੇਖਿਆ ਵੀ ਹੁਣ ਮੇਰੀ ਫੌਜ ਦਾ ਕੋਈ ਜ਼ੋਰ ਨਹੀਂ ਚੱਲਦਾ ਪਿਆ ਤੇ ਕਹਿਣ ਲੱਗੇ ਉਸ ਵੇਲੇ ਫਿਰ ਇਹ ਰਾਜੇ ਨੇ ਕੀ ਕੀਤਾ ਹੈ, ਸਤਿਗੁਰਾਂ ਨੂੰ ਅੱਗੇ ਕੀਤਾ। ਮਹਾਰਾਜ ਹੁਣ ਆਪ ਜੀ ਜੰਗ ਦੇ ਵਿੱਚ ਅੱਗੇ ਹੋ ਕੇ ਵਰਤੋ, ਅੱਗੇ ਹੋ ਕੇ ਜੰਗ ਦੇ ਵਿੱਚ ਲੜਨਾ ਕਰੋ। ਖੇਲ ਕਰਾਵੋ ਆਯੁਧ ਘਾਵੋ ਵੀਰ ਚਲੇ ਗਨਿਆਰ ਪਿਛਾਰੀ। ਸਤਿਗੁਰੂ ਪਾਤਸ਼ਾਹ ਆਪ ਸ਼ਾਸਤਰ ਧਾਰਨ ਕਰਕੇ ਨਾ ਹਥਿਆਰ ਪਾ ਕੇ ਤੇ ਅੱਗੇ ਚੱਲੋ। ਸਾਡੀ ਸਾਰਿਆਂ ਦੀ ਫੌਜ ਤੁਹਾਡੇ ਪਿੱਛੇ ਚੱਲੇਗੀ, ਅਸੀਂ ਤੁਹਾਡੇ ਪਿੱਛੇ ਤੇ ਤੁਸੀਂ ਸਾਡੇ ਅੱਗੇ ਜਿਵੇਂ ਹੁਕਮ ਕਰੋਗੇ ਉਸੇ ਤਰ੍ਹਾਂ ਫਿਰ ਅੱਗੇ ਹੋ ਕੇ ਅਸੀਂ ਜੰਗ ਲੜਨਾ ਕਰਾਂਗੇ। ਲਿਹੋ ਵਿਜੈ ਕਰ ਕਵੈ ਨ ਰਹਿ ਅਰ ਜੈ ਲక్ష్ਮੀ ਸ਼ਬ ਪਾਏ ਤਿਹਾਰੀ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰੋ, ਜੰਗ ਨੂੰ ਇਸ ਵੇਲੇ ਲੜ ਕੇ ਤੇ ਆਪ ਜੀ ਜਿੱਤ ਪ੍ਰਾਪਤ ਕਰੋ। ਲਿਹੋ ਵਿਜੈ ਕਰ, ਆਪ ਜੀ ਇਸ ਵੇਲੇ ਵਿਜੇ ਪ੍ਰਾਪਤ ਕਰੋ, ਜੰਗ ਪ੍ਰਾਪਤ ਕਰੋ, ਜਿੱਤ ਨੂੰ ਪ੍ਰਾਪਤ ਕਰੋ। ਅਸੀਂ ਆਪ ਜੀ ਦੇ ਪਿੱਛੇ ਨਹੀਂ ਹਟਾਂਗੇ, ਜਿੱਧਰ ਨੂੰ ਤੁਸੀਂ ਮੁੱਖ ਕਰਕੇ ਚੱਲੋਗੇ ਅਸੀਂ ਵੀ ਤੁਹਾਡੇ ਮਗਰੇ ਹੀ ਚੱਲਾਂਗੇ, ਤੁਹਾਡੇ ਤੋਂ ਪਿੱਛੇ ਨਹੀਂ ਹਟਾਂਗੇ। ਆਪ ਜੀ ਇਸ ਜੰਗ ਦੇ ਵਿੱਚ ਸ਼ਬ ਪਾਓ, ਸ਼ੋਭਾ ਪਾਓ, ਇਸ ਜੰਗ ਦੇ ਵਿੱਚ ਜਿੱਤ ਪ੍ਰਾਪਤ ਕਰਨਾ ਕਰੋ। ਸ਼੍ਰੀ ਕਲਗੀ ਧਰ ਬੇਨਤ ਕਉ ਸੁਨ ਦੇਖ ਮਚਿਓ ਬੜ ਜੰਗ ਕਰਲਾ। ਸਤਿਗੁਰਾਂ ਨੇ ਸੁਣੀ ਬੇਨਤੀ ਵੀ ਜੰਗ ਬੜਾ ਭਿਆਨਕ ਮਚਿਆ ਹੋਇਆ, ਰਾਜੇ ਦੀ ਹਾਰ ਹੁੰਦੀ ਪਈ ਹੈ। ਇਸ ਰਾਜੇ ਨੇ ਸਾਡੀ ਸ਼ਰਨ ਤੱਕੀ ਹੈ। ਇਹ ਸਭ ਕੁਝ ਵੇਖ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਜਿਉ ਰਸਬੀਰ ਹੋਤੋ ਸੁਪਤਿਓ ਤਤਕਾਲ ਹੀ ਜਾਗ ਉਠਿਓ ਬਲ ਵਾਲਾ। ਮੰਨ ਲਓ ਮਹਾਰਾਜ ਜੀਆਂ ਦੇ ਵਿੱਚ ਵੀਰ ਰਸ ਸੁੱਤਾ ਪਿਆ ਸੀ। ਫੌਜਾਂ ਦਾ ਜੰਗ ਹੁੰਦਾ ਵੇਖ ਕੇ ਵੀਰ ਰਸ ਜਾਗਿਆ, ਠਾਠਾਂ ਮਾਰਦਾ ਜੋਸ਼ ਮਹਾਰਾਜ ਜੀਆਂ ਦੇ ਅੰਦਰ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦਾ ਉਸ ਵੇਲੇ ਚਿਹਰੇ ਦਾ ਰੰਗ ਗੁਰਮੁਖੋ ਲਾਲ ਹੋਇਆ।
ਐਸੇ ਮਹਾਰਾਜ ਜੀ ਜੰਗ ਦੀ ਕਮਾਨ ਵਾਸਤੇ ਚੱਲੇ ਹਨ। ਸ਼੍ਰੀ ਮੁਖ ਪੈ ਉਤਸ਼ਾਹੇ ਸੁਹਾਵਤ, ਜਿਉ ਅਰਣੋਦੈ ਕੋ ਰੰਗ ਲਾਲਾ। ਸਤਿਗੁਰੂ ਪਾਤਸ਼ਾਹ ਜੀਆਂ ਦੇ ਮੁਖ ਦੇ ਉੱਪਰ ਲਾਲ ਰੰਗ ਇਸ ਤਰ੍ਹਾਂ ਦਾ ਹੈ, ਜਿਵੇਂ ਪੂਰਬ ਦੇ ਵੱਲੋਂ ਸਵੇਰ ਵੇਲੇ ਸੂਰਜ ਚੜ੍ਹਦਾ ਨਾ ਗੁਰਮੁਖੋ, ਤੇ ਸੂਰਜ ਚੜ੍ਹਨ ਦੀ ਟਿੱਕੀ ਲਾਲ ਰੰਗ ਦੀ ਹੈ। ਲਾਲ ਹੈ ਸੂਰਜ ਜਿਸ ਵੇਲੇ ਸਵੇਰੇ ਚੜ੍ਹਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਮੁਖ ਉਹ ਸੂਰਜ ਵਰਗਾ ਲਾਲ ਹੈ, ਜਿਹਦੀ ਬਹੁਤ ਭਾਰੀ ਸ਼ੋਭਾ ਹੋ ਰਹੀ ਹੈ। ਹੇਲ ਕਰਿਓ ਹੋਏ ਸਨਮੁਖ ਬਾਰਸੋ, ਪੇਲ ਦੇ ਪਟ ਭੀਮ ਵਿਸਾਲਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜਦੋਂ ਅੱਗੇ ਹੋ ਕੇ ਵਧੇ ਨਾ ਜੰਗ ਲੜਨ ਵਾਸਤੇ, ਤੇ ਮਹਾਰਾਜ ਦੇ ਸੂਰਮੇ ਸਿੱਖ ਵੀ ਹੱਥਾਂ ਵਿੱਚ ਚੁੱਕ ਕੇ ਸ਼ਾਸਤਰ ਤੇ ਫਿਰ ਮਹਾਰਾਜ ਦੇ ਨਾਲ ਹੀ ਭੱਜੇ ਜਾਂਦੇ। ਸਤਿਗੁਰਾਂ ਨੇ ਇਹੋ ਜਿਹਾ ਹੱਲਾ ਕੀਤਾ ਜੰਗ ਵਿੱਚ ਜਾ ਕੇ ਵੀ ਜੰਗ ਦੀ ਦਿਸ਼ਾ ਹੀ ਬਦਲ ਦਿੱਤੀ ਹੈ, ਕਾਇਆ ਹੀ ਪਲਟ ਦਿੱਤੀ ਜੰਗ ਦੀ। ਕਿੱਥੇ ਰਾਜਾ ਤੇ ਰਾਜੇ ਦੇ ਸਿਪਾਹੀ ਹਾਰਦੇ ਪਏ ਸਨ, ਕਿੱਥੇ ਇਹ ਜੰਗ ਜਿਹੜਾ ਜਿੱਤ ਦੇ ਰੂਪ ਦੇ ਵਿੱਚ ਬਦਲ ਗਿਆ ਹੈ। ਕੋਈ ਅੰਗ ਪ੍ਰਿਆਤ ਛੰਦ, ਤੁਫੰਗੈ ਕਸੀ ਪਾਏ ਬਾਰੂਦ ਗੋਰੀ। ਕਹਿਣ ਲੱਗੇ ਦੋ ਦੋ ਗੋਲੀਆਂ ਪਾ ਕੇ ਬੰਦੂਕਾਂ ਜਿਹੜੀਆਂ ਗੁਰੂ ਕਿਆ ਸਿੱਖਾਂ ਨੇ ਚਲਾਉਣ ਵਾਸਤੇ ਤਿਆਰ ਕੀਤੀਆਂ ਹਨ। ਛਣੰਕੇ ਦਣੰਕੇ ਭਏ ਦੋਨ ਓਰੀ। ਦੋਨਾਂ ਪਾਸਿਆਂ ਤੋਂ ਕਹਿਣ ਲੱਗੇ ਜਦੋਂ ਗੱਜ ਠੋਕੇ ਜਾਂਦੇ ਨੇ ਬਰੂਦ ਭਰ ਭਰ ਕੇ ਤੇ ਛਣ ਛਣ ਦੀ ਆਵਾਜ਼ ਆਉਂਦੀ ਹੈ। ਕਲਾ ਪੈ ਜੜੇ ਮੋੜ ਧੋੜੇ ਤੁਖੰਤੇ। ਕਹਿਣ ਲੱਗੇ ਵੀ ਕਲਾ ਪੈ ਜੜੇ, ਨਿਸ਼ਾਨੇ ਦੇ ਉੱਪਰ ਲੱਗੀਆਂ ਹੋਈਆਂ ਬੰਦੂਕਾਂ ਦੇ ਪਲੀਤੇ ਜਿਹੜੇ ਤੁਖਾਏ ਗਏ ਬਰੂਦ, ਉਸ ਵੇਲੇ ਬਰੂਦ ਨੂੰ ਅੱਗ ਲਾਈ ਹੈ। ਧਰੇ ਹੱਥ ਪੈ ਛਤਰ ਸੋਹੀ ਡਪੰਤੇ। ਕਹਿਣ ਲੱਗੇ ਵੀ ਇਸ ਤਰ੍ਹਾਂ ਗੁਰੂ ਕਿਆ ਸਿੱਖਾਂ ਨੇ ਬੰਦੂਕਾਂ ਰੱਖੀਆਂ ਹੱਥਾਂ ਦੇ ਵਿੱਚ ਨਿਸ਼ਾਨਾ ਬੰਨ੍ਹ ਕੇ ਤੇ ਉਸ ਵੇਲੇ ਬੰਦੂਕਾਂ ਨੂੰ ਬਰੂਦ ਦੇ ਨਾਲ ਚਲਾਇਆ ਹੈ। ਪਲੀਤੇ ਉਠੇ ਨਾਦ ਉੱਚੇ ਪੜਾਕੇ। ਤੇ ਗੁਰਮੁਖੋ ਜਦੋਂ ਪਲੀਤੇ ਬਲੇ ਨਾ ਤੇ ਫਿਰ ਬੰਦੂਕਾਂ ਚੱਲੀਆਂ, ਗੜਗੜ ਦੀ ਆਵਾਜ਼, ਤੜ ਤੜ ਦੀ ਆਵਾਜ਼, ਬੜੀ ਭਿਆਨਕ ਉਸ ਵੇਲੇ ਆਵਾਜ਼ ਹੋਈ ਹੈ। ਦੀਪੀ ਜਵਾਲ ਮਾਲਾ ਸੁਗੋਰੀ ਸੜਾਕੇ। ਗੁਰਮੁਖੋ ਇਹ ਬੰਦੂਕ ਦੇ ਵਿੱਚੋਂ ਜਦੋਂ ਬਰੂਦ ਨਿਕਲਦਾ ਹੈ ਨਾ ਬਾਹਰ, ਤੇ ਅੱਗ ਉਸ ਵੇਲੇ ਗਲਾਛਦੀਆਂ ਇਹ ਬੰਦੂਕਾਂ, ਅੱਗ ਬਰੂਦ ਨੂੰ ਲੱਗੀ ਹੋਈ ਦਿਖਾਈ ਦਿੰਦੀ ਹੈ। ਮੰਨ ਲਓ ਵੀ ਦੀਵਾਲੀ ਵਾਲੇ ਦਿਨ ਕਿਸੇ ਨੇ ਦੀਪਮਾਲਾ ਕੀਤੀ ਹੋਵੇ, ਐਸਾ ਚਾਨਣ ਉਸ ਵੇਲੇ ਇੱਕੇ ਵਾਰੀ ਹੋਇਆ ਹੈ। ਲੱਗੇ ਵੀਰ ਅੰਗਾਨ ਬੱਗੰ ਵਿਸਾਲਾ। ਕਹਿਣ ਲੱਗੇ ਸੂਰਮਿਆਂ ਦੇ ਅੰਗਾਂ ਨੂੰ ਗੋਲੀਆਂ ਲੱਗਦੀਆਂ, ਜਿਹਦੇ ਸਰੀਰ ਨੂੰ ਗੋਲੀ ਲੱਗਦੀ ਉਹ ਧਰਤੀ ਤੇ ਮਰ ਕੇ ਡਿੱਗਦਾ ਹੈ। ਹਿਰਦੈ ਮੁੰਡ ਫੋਰੇ ਪ੍ਰਚੰਡੇ ਕਰਾਲਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਸੂਰਮਿਆਂ ਨੇ ਕਹਿਣ ਲੱਗੇ ਦੁਸ਼ਮਣ ਦੇ ਸਿਰ ਪਾੜ ਸੁੱਟੇ ਨੇ। ਬੜਾ ਭਿਆਨਕ ਜੰਗ ਉਸ ਵੇਲੇ ਹੁੰਦਾ ਪਿਆ ਹੈ। ਛੁਟਿਓ ਸਰੋਣ ਕਾਇਉ ਪਕਾ ਭੱਕ ਬੋਲਣ। ਤੇ ਜ਼ਖਮਾਂ ਦੇ ਵਿੱਚੋਂ ਭੱਕ ਭੱਕ ਕਰਕੇ ਖੂਨ ਵਹਿੰਦਾ ਪਿਆ, ਖੂਨ ਡੁੱਲਦਾ ਪਿਆ ਸਰੀਰ ਦੇ ਵਿੱਚੋਂ, ਜਿੱਥੇ ਜ਼ਖਮ ਲੱਗਾ ਹੋਇਆ। ਜਿਵੇਂ ਕੱਸੀ ਟੁੱਟ ਜਾਵੇ ਨਾ, ਖਾਲਾ ਟੁੱਟ ਜਾਵੇ ਪਾਣੀ ਦਾ, ਤੇ ਪਾਣੀ ਘੱਪ ਘੱਪ ਕਰਕੇ ਪੈਂਦਾ ਨੀਵੀਂ ਥਾਂ ਨੂੰ, ਜ਼ਖਮਾਂ ਦੇ ਵਿੱਚ ਕਹਿੰਦੇ ਇਸ ਤਰ੍ਹਾਂ ਖੂਨ ਘੱਪ ਘੱਪ ਦੀ ਆਵਾਜ਼ ਵਿੱਚ ਡੁੱਲਦਾ ਪਿਆ ਹੈ। ਧੱਕਾ ਧੱਕ ਵੀਰੋਂ ਇਤੈ ਉਤ ਡੋਲੈ। ਸੂਰਮੇ ਜਿਹੜੇ ਨੇ ਧੱਕਾ ਧੱਕ ਕਰਦੇ ਪਏ, ਇੱਕ ਦੂਜੇ ਨੂੰ ਧੱਕਾ ਮਾਰ ਮਾਰ ਕੇ ਸੁੱਟਦੇ, ਕੋਈ ਇੱਧਰ ਨੂੰ ਡਿੱਗਦਾ ਪਿਆ, ਕੋਈ ਉਧਰ ਨੂੰ ਡਿੱਗਦਾ ਪਿਆ ਹੈ। ਝਟਾ ਪਟ ਜੁਟੇ ਲਟਾ ਪਟ ਹੋਏ। ਸੂਰਮੇ ਝਟਾ ਪਾਟੀ ਬੜੀ ਛੇਤੀ ਦੇ ਨਾਲ ਇੱਕ ਦੂਜੇ ਦੇ ਉੱਪਰ ਜੁਟ ਪਏ, ਲਟਾ ਪਟ ਹੋਏ, ਕੱਟਦੇ ਕਟਾਉਂਦੇ, ਡਿੱਗਦੇ ਡਿਗਾਉਂਦੇ ਇੱਕ ਪਾਸੇ ਨੂੰ ਡਿੱਗਦੇ ਹਨ। ਸਟਾ ਪਟ ਸੋਹੈ ਕਟਾ ਕਟ ਸੋਏ। ਸੂਰਮੇ ਸਟਾ ਪਟ ਬੜੀ ਛੇਤੀ ਦੇ ਨਾਲ ਆਪਣੇ ਕਮਰ ਕੱਸੇ ਕੱਸ ਕੇ ਗੁਰੂ ਜੀ ਦੇ ਹੁਕਮ ਦੇ ਨਾਲ ਅੱਗੇ ਹੋ ਕੇ ਲੜਦੇ ਪਏ ਹਨ। ਕਰੀ ਢੋਏ ਢੂਕੇ ਗੁਰੂ ਕੇ ਸਹਾਈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪਣੇ ਸੂਰਮਿਆਂ ਨੂੰ ਅੱਗੇ ਲੈ ਕੇ, ਮਹਾਰਾਜ ਦੇ ਸੂਰਮੇ ਸਤਿਗੁਰਾਂ ਦੀ ਸਹਾਇਤਾ ਵਾਸਤੇ ਅੱਗੇ ਹੋ ਕੇ ਢੁਕੇ ਵਧੇ ਹਨ। ਉੱਤੇ ਬਾਹਰੇ ਵੀਰ ਦੀਨੇ ਭਜਾਈ। ਜਿਹੜੇ ਇਹ ਬਾਹਰਲੇ ਸੂਰਮੇ ਸਨ, ਬਾਹਰੋਂ ਆਏ, ਉਹਨਾਂ ਨੂੰ ਮਾਰ ਕੇ ਭਜਾ ਦਿੱਤਾ, ਜੰਗ ਦੇ ਮੈਦਾਨ ਵਿੱਚੋਂ ਪਰੇ ਕੀਤਾ ਹੈ। ਬਰੇ ਬਾਰ ਮੈਂ ਬਾਰ ਬਾਰੀ ਬੇਲੋਕੇ। ਉਹ ਜਿਹੜੀ ਵਾੜ ਕਰਕੇ ਬੈਠੇ ਸਨ, ਪਿੱਛੇ ਆਪਾਂ ਇਤਿਹਾਸ ਵਿੱਚ ਬਚਨ ਸਰਵਣ ਕੀਤਾ ਵੀ ਵੱਡੀਆਂ ਵੱਡੀਆਂ ਲੱਕੜਾਂ ਦੀ ਉਹਨਾਂ ਨੇ ਵਾੜ ਕੀਤੀ ਹੋਈ ਹੈ। ਆਪ ਉਹਦੇ ਵਿੱਚ ਲੁਕ ਜਾਂਦੇ, ਬਚਾਅ ਕਰਦੇ ਤੇ ਦੁਸ਼ਮਣ ਦੇ ਉੱਪਰ ਵਾਰ ਕਰਦੇ। ਮਹਾਰਾਜ ਜੀਆਂ ਦੇ ਸੂਰਮੇ ਜੰਗ ਦੇ ਵਿੱਚ ਐਸਾ ਅੱਗੇ ਵਧੇ ਨੇ, ਮਾਰ ਮਾਰ ਕੇ ਇਹਨਾਂ ਨੂੰ ਪਿੱਛੇ ਹਟਾਇਆ, ਤੇ ਉਹ ਜਿਹੜਾ ਵਾੜਾ ਸੀ ਨਾ ਜੰਗ ਜਿਹਦੇ ਵਿੱਚ ਲੜਦੇ ਪਏ, ਉਸ ਵਾੜੇ ਦੇ ਵਿੱਚ ਮਹਾਰਾਜ ਦੇ ਸਿੱਖ ਪਹੁੰਚ ਗਏ ਹਨ। ਟੁਕੇ ਨਿਰ ਪਾਇਓ ਨਹੀਂ ਜਾਏ ਰੋਕੇ। ਦੁਸ਼ਮਣ ਚਾਹੁੰਦਾ ਰੁਕਣਾ, ਪਰ ਮਹਾਰਾਜ ਦੇ ਸੂਰਮਿਆਂ ਦੀ ਫੁਰਤੀ ਇਹੋ ਜਿਹੀ ਹੈ
ਕਿਸੇ ਦੇ ਕੋਲੋਂ ਰੁਕੇ ਨਹੀਂ ਹਨ। ਤੜਾ ਤਾੜ ਗੋਰੀਨ ਕੀ ਮਾਰ ਮਾਚੀ, ਦੋਵਾਂ ਪਾਸਿਆਂ ਤੋਂ ਤੜਾ ਤੜ ਗੋਲੀਆਂ ਚੱਲਦੀਆਂ, ਬੜੀ ਮਾਰ ਮੱਚੀ ਹੋਈ ਹੈ। ਮਿਲੀ ਜੋਗਨੀ ਸ਼ਰੌਣ ਪੀਵੈ ਸੋਨਾਚੀ, ਕਹਿਣ ਲੱਗੇ ਜੋਗਨੀਆਂ ਆ ਗਈਆਂ, ਖੂਨ ਪੀ ਪੀ ਕੇ ਜੋਗਨੀਆਂ ਭੂਤਨੀਆਂ ਨੱਚਦੀਆਂ ਪਈਆਂ ਹਨ। ਨਵੰਗੀਦ ਆਈ ਭ੍ਰਮੈ ਬਾਰ ਬਾਰੀ, ਇਹਨੇ ਚਿਰ ਨੂੰ ਆਕਾਸ਼ ਦੇ ਵਿੱਚ ਇੱਲਾਂ ਉੱਡਦੀਆਂ ਪਈਆਂ, ਵੇਖਿਆ ਥੱਲੇ ਬੜੇ ਮੁਰਦੇ ਪਏ ਨੇ, ਬੜੀਆਂ ਲਾਸ਼ਾਂ ਖਿਲਰੀਆਂ ਹੋਈਆਂ। ਇਹ ਗਿੱਧਾਂ ਜਿਹੜੀਆਂ ਨੇ ਮਾਸ ਖਾਣ ਵਾਸਤੇ ਆ ਗਈਆਂ। ਪਖੈ ਮਾਸ ਕੋ ਚੀਕ ਊਚੈ ਪੁਕਾਰੀ, ਇੱਲਾਂ ਜਿਹੜੀਆਂ ਨੇ ਗਿਰਜਾਂ ਮਾਸ ਖਾਂਦੀਆਂ ਤੇ ਉੱਚੀ ਉੱਚੀ ਉਸ ਵੇਲੇ ਆਵਾਜ਼ ਕਰਦੀਆਂ ਹਨ। ਹਿਰਦੇ ਕੋ ਪਧਾਰੇ ਮਹਾਂਵੀਰ ਢੂਕੇ, ਇਧਰੋਂ ਸੂਰਮੇ ਜਿਹੜੇ ਨੇ ਬੜਾ ਗੁੱਸਾ ਬਣ ਵਿੱਚ ਰੱਖ ਕੇ ਇੱਕ ਦੂਜੇ ਦੇ ਨਾਲ ਲੜਨ ਵਾਸਤੇ ਅੱਗੇ ਢੁੱਕ ਢੁੱਕ ਕੇ ਵੱਧਦੇ ਹਨ। ਚਾਹੇ ਬਾਰ ਕੋ ਬਾਰ ਵੇਜੋਂ ਭਬੂਕੇ, ਇੱਕ ਦੂਜੇ ਨੂੰ ਕਹਿੰਦੇ ਨੇ ਮਾਰ ਲਓ, ਇਸ ਤਰ੍ਹਾਂ ਕਹਿ ਕੇ ਅੱਗੇ ਵਧੇ ਤੇ ਕਹਿਣ ਲੱਗੇ ਅੱਗੇ ਵੱਧ ਕੇ ਨਾ ਗੁਰਮੁਖੋ, ਇਹ ਸੂਰਮੇ ਬਹੁਤ ਭਿਆਨਕ ਜੰਗ ਕਰਦੇ ਪਏ, ਵਾੜੇ ਨੂੰ ਬਲਣਾ ਜਾ ਰਹੇ ਨੇ, ਜਿਹੜਾ ਵਾੜਾ ਇਹਨੂੰ ਉਸ ਨੂੰ ਅੱਗ ਲਾਉਣ ਵਾਸਤੇ ਸਾੜਨ ਵਾਸਤੇ ਵੱਧਦੇ ਪਏ ਹਨ। ਲੀਏ ਚਾਂਪ ਚੌਂਪੇ ਚਲੇ ਚੂੰਗ ਉੱਚੇ, ਕਹਿਣ ਲੱਗੇ ਹੱਥ ਵਿੱਚ ਚਾਂਪ ਲੈ ਕੇ ਨਾ ਚੌੜੇ ਚੌੜੇ ਤੀਰ ਲੈ ਕੇ ਉਸ ਵੇਲੇ ਸੂਰਮੇ ਬੜੀ ਚੌਂਪ ਦੇ ਨਾਲ ਅੱਗੇ ਵਧੇ ਹਨ। ਚਲਾ ਚਾਲ ਹੋਈ ਚਪੇ ਲਾਜ ਮੂਚੇ, ਤੇ ਚਲਾ ਚਾਲ ਹੋਈ, ਧੱਕਮ ਧੱਕਾ ਹੋਇਆ ਤੇ ਕਹਿਣ ਲੱਗੇ ਜਿਹੜੇ ਹੈਗੇ ਨੇ ਨਾ ਚਪੇ ਡਰਪੋਕ, ਉਹਨਾਂ ਦੀ ਇਸ ਵੇਲੇ ਸ਼ਰਮ ਖਤਮ ਹੋ ਗਈ ਹੈ, ਵੈਰੀਆਂ ਦੇ ਪਿੱਛੇ ਹਟਣ ਦੀ ਚਾਲ ਹੋਈ ਹੈ, ਬਹੁਤੀ ਸ਼ਰਮ ਵਿੱਚ ਖਿਜੇ ਜਦੋਂ ਵੈਰੀਆਂ ਨੂੰ ਪਿੱਛੇ ਧੱਕਿਆ ਹੈ। ਛੁੱਟੇ ਤੀਰ ਤੀਖੇ ਵੱਡੇ ਬੇਗਵਾਰੇ, ਦੋਨਾਂ ਪਾਸਿਆਂ ਤੋਂ ਬੜੇ ਤਿੱਖੇ ਤੀਰ ਬੜੀ ਛੇਤੀ ਦੇ ਨਾਲ ਚੱਲਦੇ ਪਏ ਹਨ। ਲੱਗੇ ਅੰਗ ਮੈਂ ਫੂਰ ਪ੍ਰਾਨੈ ਨਿਕਾਰੇ, ਗੁਰਮੁਖੋ ਜਿਹਦੇ ਅੰਗ ਨੂੰ ਜਾ ਕੇ ਤੀਰ ਲੱਗਦਾ ਹੈ, ਅੰਗ ਟੁੱਟ ਜਾਂਦਾ, ਪ੍ਰਾਣ ਨਿਕਲ ਜਾਂਦੇ, ਜਾਨ ਨਿਕਲ ਜਾਂਦੀ ਹੈ। ਸਟਾ ਸੱਟ ਸੇਲੇ ਭਈ ਰੇ ਲਪੇਲਾ, ਕਹਿਣ ਲੱਗੇ ਸੇਲੇ ਜਿਹੜੇ ਬਰਸੇ ਨੇ ਇੱਕ ਦੂਜੇ ਦੇ ਉੱਪਰ ਬੜੀ ਭਾਰੀ ਸੁੱਟੀ ਜਾ ਰਹੇ ਨੇ, ਬਰਸ਼ੇ ਮਾਰੇ ਜਾ ਰਹੇ ਨੇ, ਬਰਸ਼ਿਆਂ ਦੇ ਨਾਲ ਜੰਗ ਹੋ ਲਈ ਆ। ਰੇਲ ਪੇਲਾ ਤੋਂ ਭਾਵ ਧੱਕਾ ਮੁੱਕੀ ਇੱਕ ਦੂਜੇ ਦੇ ਨਾਲ ਹੁੰਦਾ ਹੈ। ਫਿਰ ਆਲ ਬਾਲੇ ਬਡੋ ਘਾਲ ਹਿਲਾ, ਸੋ ਕਹਿਣ ਲੱਗੇ ਵੀ ਇਸ ਤਰ੍ਹਾਂ ਬਹੁਤ ਭਿਆਨਕ ਜੰਗ ਹੋ ਗਿਆ। ਆਲ ਬਾਲੇ ਤੋਂ ਭਾਵ ਹੁੰਦਾ ਗੁਰਮੁਖੋ ਗੋਲ ਗੋਲ ਘੁੰਮਣਾ। ਐਸਾ ਹੱਲਾ ਹੋਇਆ ਕਿ ਗੋਲ ਗੋਲ ਇੱਕੇ ਥਾਂ ਤੇ ਸੂਰਮੇ ਘੁੰਮਦੇ ਫਿਰਦੇ ਹਨ। ਕਿਤੇ ਮੂਰਛਾ ਖਾਏ ਬੰਕੇ ਸਿਪਾਹੀ, ਬੜੇ ਬੜੇ ਬਹਾਦਰ ਸਿਪਾਹੀ ਜਿਹੜੇ ਮੂਰਛਾ ਖਾ ਕੇ ਬੇਹੋਸ਼ੀ ਵਿੱਚ ਡਿੱਗੇ ਪਏ, ਸੁਰਤੀ ਕੋਈ ਨਹੀਂ ਹੈ ਵੀ ਕਿੱਥੇ ਪਏ ਆ। ਜੰਗ ਦੇ ਵਿੱਚ ਇਹੋ ਜਿਹਾ ਜ਼ਖਮ ਲੱਗੇ, ਇਹੋ ਜਿਹਾ ਦੁੱਖ ਮਿਲਿਆ ਵੀ ਮੂਰਛਤ ਹੋ ਕੇ ਡਿੱਗੇ ਪਏ। ਕਿਤੇ ਘੂਮ ਝੂਮੇ ਘਨੇ ਘਾਵ ਖਾਹੀ, ਤੇ ਕਿਤੇ ਸੂਰਮੇ ਜਿਹੜੇ ਨੇ ਘੁੰਮ ਘੁੰਮ ਕੇ ਝੂਮਦੇ ਪਏ, ਬਹੁਤੇ ਜ਼ਖਮ ਇਹਨਾਂ ਦੇ ਸਰੀਰ ਨੂੰ ਲੱਗੇ ਹੋਏ ਹਨ। ਭਈ ਲੋਥ ਪੋਥਾਨ ਦੀ ਹੰਕਰਲ, ਦੋਵਾਂ ਪਾਸਿਆਂ ਤੇ ਲੋਥਾਂ ਹੀ ਲੋਥਾਂ ਖਿਲ ਰਹੀਆਂ, ਬੜਾ ਭਿਆਨਕ ਜੰਗ ਹੋਇਆ ਹੈ। ਪਖੈ ਮਾਸ ਕੋ ਸਿਆਲ ਬੋਲੇ ਬਿਸਾਲਾ, ਇਸ ਤਰ੍ਹਾਂ ਸਿਆਲ ਜਿਹੜੇ ਗਿੱਦੜ ਨੇ ਗੁਰਮੁਖੋ, ਉਹ ਵੀ ਇਸ ਜੰਗ ਮੈਦਾਨ ਦੇ ਵਿੱਚ ਮਾਸ ਖਾਂਦੇ ਪਏ। ਇਹ ਮਾਸ ਖਾਣ ਵਾਲੀਆਂ ਜੂਨਾਂ ਨੇ। ਸੋ ਕਹਿਣ ਲੱਗੇ ਜਿਹੜੇ ਗਿੱਦੜ ਨੇ ਵਾਧੂ ਲਾਸ਼ਾਂ ਖਿਲਰੀਆਂ ਵੇਖ ਕੇ ਜੰਗਲਾਂ ਵਿੱਚੋਂ ਪਹਾੜਾਂ ਵਿੱਚੋਂ ਗਿੱਦੜ ਨਿਕਲ ਕੇ ਆ ਕੇ ਮਾਸ ਖਾਂਦੇ ਹਨ। ਡਕੀ ਡਾਕਣੀ ਡਰ ਡੋਲੇ ਡਕਾਰੇ, ਇਸ ਤਰ੍ਹਾਂ ਡਾਕਣੀਆਂ ਜਿਹੜੀਆਂ ਨੇ ਚੁੜੇਲਾਂ ਭੂਤਾਂ ਭੂਤਨੀਆਂ ਕਹਿਣ ਲੱਗੇ ਵੀ ਉਹ ਵੀ ਖੂਨ ਪੀ ਪੀ ਕੇ ਡਕਾਰ ਮਾਰਦੀਆਂ ਪਲੰਗ ਹੇਤ ਲੇਤੀ ਕਿਤੇ ਦੇਹ ਫਾਰੇ, ਤੇ ਕਹਿਣ ਲੱਗੇ ਵੀ ਇਸ ਤਰ੍ਹਾਂ ਪਲੰਗ ਹੇਤ ਲੇਤੀ, ਪਲੰਗ ਤੋਂ ਭਾਵ ਦੌੜਨਾ, ਭੱਜ ਭੱਜ ਕੇ ਜਾਂਦੀਆਂ ਤੇ ਕਹਿਣ ਲੱਗੇ ਸੂਰਮਿਆਂ ਦੇ ਮਾਸ ਨੂੰ ਪਾੜ ਕੇ ਤੇ ਫਾੜ ਕੇ ਲੈ ਲੈਂਦੀਆਂ, ਵਿੱਚੋਂ ਖੂਨ ਕੱਢ ਲੈਂਦੀਆਂ ਹਨ। ਭਈ ਭੀਮ ਭੂਮੀ ਭਯੰ ਭੂਰ ਇਸ ਭਰਾਤੇ, ਤਰ੍ਹਾਂ ਜਿਹੜੀ ਧਰਤੀ ਹੈ ਨਾ ਗੁਰਮੁਖੋ ਬੜੀ ਭਿਆਨਕ ਹੋ ਗਈ ਹੈ ਤੇ ਧਰਤੀ ਦਾ ਰੰਗ ਖੂਨ ਦੇ ਨਾਲ ਲਾਲ ਹੋ ਗਿਆ ਹੈ। ਨਚੈ ਭੂਤ ਪ੍ਰੇਤੰ ਫਿਰੈ ਮਾਸ ਖਾਤੇ, ਜੰਗ ਦੇ ਵਿੱਚ ਬਹੁਤ ਜ਼ਿਆਦੇ ਭੂਤ ਪ੍ਰੇਤ ਨੱਚਦੇ ਪਏ ਤੇ ਮਾਸ ਨੂੰ ਖਾਂਦੇ ਹਨ। ਗੁਰੂ ਸੰਗ ਹੋਏ ਮਚਿਓ ਜੰਗ ਭਾਰਾ, ਸਤਿਗੁਰੂ ਪਾਤਸ਼ਾਹ ਇਹਨਾਂ ਦੇ ਸੰਗ ਹੋਏ ਨੇ, ਨਾਲ ਹੋਏ ਨੇ ਤੇ ਭਿਆਨਕ ਜੰਗ ਮਚਿਆ ਹੋਇਆ ਪਟੰ ਹੈ। ਅੰਗ ਭੰਗੇ ਸੁਰੰਗੇ ਅਖਾਰ, ਬਹੁਤੇ ਸੂਰਮਿਆਂ ਦੇ ਅੰਗ ਟੁੱਟ ਟੁੱਟ ਕੇ ਧਰਤੀ ਤੇ ਡਿੱਗਦੇ ਪਏ ਹਨ। ਸਿਰੀਤ ਘੇਰਿਓ ਜਬੈ ਬਾਰ ਜਾਈ, ਇਸ ਤਰੀਕੇ ਦੇ ਨਾਲ ਜਦੋਂ ਗੁਰੂ ਕਿਹਾ ਸਿੱਖਾਂ ਨੇ ਜਾ ਕੇ ਉਹ ਵਾੜਾ ਘੇਰ ਲਿਆ ਨਾ, ਜਿਸ ਵਾੜੇ ਵਿੱਚ ਬੈਠ ਕੇ ਜੰਗ ਕਰਦੇ ਪਏ, ਲੱਕੜਾਂ ਦਾ ਕਿਲਾ ਬਣਾ ਕੇ ਬੈਠੇ ਸਨ, ਉਸ ਕਿਲੇ ਨੂੰ ਜਾ ਕੇ ਗੁਰੂ ਕੇ ਸੂਰਮਿਆਂ ਨੇ ਘੇਰ ਲਿਆ ਹੈ। ਢੁਕੇ ਕੱਪ ਕਹਿ ਦੀਹ ਮਾਚੀ ਲੜਾਈ, ਕਹਿਣ ਲੱਗੇ ਦੋਨਾਂ ਪਾਸਿਆਂ ਤੋਂ ਢੁਕੈ ਕੋਪ ਕਹਿ, ਗੁੱਸੇ ਦੇ ਨਾਲ ਇੱਕ ਦੂਜੇ ਦੇ ਆਮੋ ਸਾਹਮਣੇ ਹੋਏ, ਬੜੀ ਭਿਆਨਕ ਲੜਾਈ ਮਚੀ ਹੋਈ ਹੈ। ਦੋਹਰਾ ਜੇ ਗਰੇਸ਼ ਵਿੱਚ ਬਾਰ ਕੇ ਵੀਰ ਧੀਰ ਕੋ ਧਾਰ, ਕਹਿਣ ਲੱਗੇ ਜਿਹੜੇ ਗਰੇਸ਼ ਕਿਰਪਾਲ ਚੰਦ ਦੇ ਪੱਖੀ ਸਨ ਸੂਰਮੇ ਵਾੜ ਦੇ,
ਉਹ ਵਿੱਚ ਸਨ ਤੇ ਧੀਰ ਦੇ ਧਾਰ ਕੇ ਉਸ ਵੇਲੇ ਲੜਦੇ ਪਏ ਹਨ। ਤੁਕੇ ਨਿਕਟ ਰਿਪ ਜਾਣ ਕੈ ਕੇਤਕ ਪਿਖੇ ਸੁਮਾਰ। ਕਹਿਣ ਲੱਗੇ ਵੀ ਇਸ ਤਰ੍ਹਾਂ ਬਹੁਤੇ ਸੂਰਮੇ ਜਿਹੜੇ ਨੇ ਜ਼ਖਮੀ ਹੋ ਕੇ ਧਰਤੀ ਤੇ ਵੀ ਡਿੱਗੇ ਪਏ ਤੇ ਕੁਝ ਜੰਗ ਨੂੰ ਅੱਗੇ ਹੋ ਕੇ ਕਰਦੇ ਪਏ ਹਨ। ਲਖੀ ਪਰਾਜੈ ਆਪਣੀ ਲਾਜ ਬੰਸ ਕੀ ਜਾਤ। ਜਦੋਂ ਇਹਨਾਂ ਨੇ ਵੇਖਿਆ ਵੀ ਸਾਡੀ ਹਾਰ ਹੁੰਦੀ ਪਈ ਹੈ, ਇੱਕ ਰਾਜਾ ਉਧਰ ਹੈ ਨਾ ਦੂਸਰੇ ਪਾਸੇ, ਨਾਮ ਕਿਰਪਾਲ ਚੰਦ, ਪਿੱਛੇ ਆਪਾਂ ਸਰਵਣ ਕਰ ਲਿਆ, ਜਿਹੜਾ ਇਸ ਅਲਫ ਖਾਨ ਨਾਮ ਦੇ ਆਇਆ ਨਾਲ ਆਇਆ, ਪਠਾਨ ਦੇ ਨਾਲ ਆਇਆ। ਵੇਖਿਆ ਅਸੀਂ ਹਾਰਦੇ ਪਏ, ਹੁਣ ਆਪਣੀ ਬੰਸ ਦੀ ਲਾਜ ਆ ਗਈ ਹੈ, ਖਾਨਦਾਨ ਦੀ ਲੱਜਾ ਆ ਗਈ ਵੀ ਲੋਕ ਕੀ ਕਹਿਣਗੇ ਵੀ ਅਸੀਂ ਜੰਗ ਵਿੱਚੋਂ ਹਾਰ ਕੇ ਪਿੱਛੇ ਮੁੜੇ ਆ। ਇਹ ਸ਼ਰਮ ਉਸ ਵੇਲੇ ਆਈ ਹੈ। ਆਪਸ ਮੈਂ ਮਿਲ ਕਹਿਤ ਭੇਮ ਹੋਵੇ ਸਭ ਘਾਤ। ਆਪਸ ਵਿੱਚ ਗੱਲਾਂ ਕਰਦੇ ਵੀ ਇਸ ਤਰ੍ਹਾਂ ਤੇ ਸਾਰੇ ਆਪਾਂ ਮਰ ਜਾਵਾਂਗੇ। ਬਲ ਸੰਭਾਰੋ ਆਪਣੋ ਨਿਕਸਲੋ ਬਰਵੀਰ। ਤੇ ਆਪਾਂ ਇਸ ਵੇਲੇ ਬਲ ਨੂੰ ਇਕੱਠਾ ਕਰੀਏ ਤੇ ਲੜ ਕੇ ਇਹਨਾਂ ਨੂੰ ਇਸ ਮੈਦਾਨ ਵਿੱਚੋਂ, ਜਾਂ ਇਹ ਜਿਹੜਾ ਲੱਕੜਾਂ ਦਾ ਕਿਲਾ ਅਸੀਂ ਬਣਾ ਕੇ ਬੈਠੇ ਆ ਇਹਦੇ ਵਿੱਚੋਂ ਬਾਹਰ ਕੱਢਣਾ ਕਰੀਏ। ਮੰਤਰ ਪਕਾਏ ਵਜੰਗ ਕੋ ਪੁਨ ਉਮੜੇ ਧਰ ਧੀਰ। ਇਸ ਤਰ੍ਹਾਂ ਮੰਤਰ ਪਕਾ ਕੇ ਸਲਾਹ ਕਰਕੇ ਤੇ ਉਸ ਵੇਲੇ ਫਿਰ ਇਹਨਾਂ ਨੇ ਜੰਗ ਵਾਸਤੇ ਉਮੜ ਕੇ ਪੈ ਗਏ ਹਨ। ਦੋਹਰਾ ਬਿਜੜ ਵਾਲੀਆ ਗਿਰਪਤੀ ਵੀਰ ਸੋਬਲੀ ਬਸਾਲ। ਬਿਜੜ ਵਾਲੀਆ ਰਿਆਸਤ ਦਾ ਨਾਮ ਹੈ। ਕਹਿਣ ਲੱਗੇ ਵੀ ਇੱਥੋਂ ਦਾ ਜਿਹੜਾ ਰਾਜਾ ਬਹੁਤੇ ਵੀਰ ਸੂਰਮੇ ਲੈ ਕੇ ਜੰਗ ਘਾਤ ਜਾਣੈ ਅਨਕ ਨਾਮ ਕਹੈ ਤਿਸ ਦਿਆਲ। ਤੇ ਕਹਿਣ ਲੱਗੇ ਜੰਗ ਦੇ ਕਈ ਦਾ ਜਾਣਦਾ ਹੈ। ਜਿਹੜਾ ਬਿਜੜ ਵਾਲੀਆ ਰਾਜਾ ਹੈ ਨਾ, ਜੰਗ ਮੈਦਾਨ ਦੇ ਵਿੱਚ ਕਿਹੜੇ ਕਿਹੜੇ ਦਾ ਮਾਰਨੇ, ਕੀ ਕਰਨਾ, ਜੰਗ ਕਿਵੇਂ ਜਿੱਤਣਾ ਹੈ, ਇਹ ਸਾਰੇ ਇਹਦਾ ਨਾਮ ਜਾਣਦੇ। ਐਸੀ ਇਹ ਜੰਗ ਦੀ ਰਣਨੀਤੀ ਕਰਨ ਵਾਲਾ ਹੈ। ਉਜੰਗ ਛੰਦ ਮਿਲਿਓ ਸੋ ਕਟੋਚੀ ਕਿਰਪਾਲੰ ਕੇ ਸਾਥਾ। ਕਿਰਪਾਲ ਚੰਦ ਕਟੋਚੀਆ ਰਾਜਾ ਇਹਦੇ ਨਾਲ ਆ ਕੇ ਮਿਲਿਆ ਹੈ। ਕਹੇ ਬਾਗਤਾਂ ਕੋ ਲਖੋ ਜੰਗ ਗਾਥਾ। ਇਸ ਨੇ ਆ ਕੇ ਆਖਿਆ ਵੀ ਇਸ ਵੇਲੇ ਜੰਗ ਦੀ ਗਾਥਾ ਜਿਹੜੀ ਗੱਲ ਹੈ ਤੂੰ ਕੀ ਜਾਣਦਾ ਹੈ। ਗੁਰੂ ਸੰਗ ਆਨਿਓ ਕਲੂਰੀ ਭਵਾਲੇ। ਇਹ ਜਿਹੜਾ ਕਲੂਰੀਆ ਰਾਜਾ ਕਹਿਲੂਰੀਆ ਗੁਰੂ ਨੂੰ ਲੈ ਕੇ ਆ ਗਿਆ। ਇਹ ਜਿਹੜਾ ਬਿਜੜ ਵਾਲੀਆ ਰਾਜਾ ਹੈ ਨਾ, ਇਹ ਗੁਰਮੁਖੋ ਦੁਸ਼ਮਣਾਂ ਦੇ ਨਾਲ ਮਿਲਿਆ ਹੋਇਆ, ਕਟੋਚੀਏ ਰਾਜੇ ਦੇ ਨਾਲ ਮਿਲ ਕੇ ਤੇ ਪਠਾਨ ਦੀ ਮਦਦ ਕਰਦੇ ਪਏ। ਜਦੋਂ ਸਤਿਗੁਰਾਂ ਦੇ ਸੂਰਮਿਆਂ ਨੇ ਜੰਗ ਦਾ ਪਾਸਾ ਹੀ ਪਲਟ ਦਿੱਤਾ ਨਾ, ਤੇ ਫਿਰ ਇਹ ਰਾਜਾ ਬਿਜੜ ਵਾਲੀਆ ਕਟੋਚੀਏ ਰਾਜੇ ਨੂੰ ਕਹਿੰਦਾ ਹੈ ਜੰਗ ਤੇ ਆਪਾਂ ਜਿੱਤ ਜਾਣੀ ਸੀ, ਪਰ ਇਹ ਸਾਡਾ ਦੁਸ਼ਮਣ ਰਾਜਾ ਗੁਰੂ ਨੂੰ ਲੈ ਕੇ ਆ ਗਿਆ ਨਾਲ ਮਦਦ ਵਾਸਤੇ, ਗੁਰੂ ਨੂੰ ਨਾਲ ਲੈ ਕੇ ਆਇਆ ਹੈ। ਟੁਕੇ ਬਾਰ ਨੇਰੇ ਭਏ ਆਲ ਬਾਲੇ। ਕਹਿਣ ਲੱਗੇ ਇਸ ਤਰ੍ਹਾਂ ਢੁਕੇ ਬਾਲ, ਕਹਿਣ ਲੱਗੇ ਵੀ ਇਹ ਸੂਰਮੇ ਜਿਹੜੇ ਨੇ ਇੱਕ ਦੂਜੇ ਦੇ ਨਾਲ ਉਸ ਵੇਲੇ ਹੋਏ ਨੇ, ਇੱਕ ਦੂਜੇ ਦੇ ਨਾਲ ਲੜਨ ਵਾਸਤੇ ਨੇੜੇ ਨੇੜੇ ਹੋਏ ਹਨ। ਤਜੈ ਓਜ ਤੇ ਨਾਹਿ ਨੈਨਿਕ ਬਾਤੀ। ਕਹਿਣ ਲੱਗੇ ਵੀ ਇਸ ਤਰ੍ਹਾਂ ਇਹ ਆਪਣਾ ਓਜ ਬਲ ਨਹੀਂ ਛੱਡਦੇ। ਕਹਿਣ ਲੱਗੇ ਵੀ ਇਹ ਚੰਗੀ ਗੱਲ ਨਹੀਂ ਹੈ, ਆਪਣਾ ਬਲ ਛੱਡ ਕੇ ਕਿਉਂ ਪਿੱਛੇ ਹਟਣਾ ਕਰੀਏ। ਸਾਵਧਾਨ ਹੂ ਜੋ ਬਨੋ ਸ਼ਤਰ ਘਾਤੀ। ਇਸ ਕਰਕੇ ਸਾਵਧਾਨ ਹੋ ਕੇ ਤੇ ਜੰਗ ਲੜਨਾ ਕਰੀਏ ਤੇ ਦੁਸ਼ਮਣ ਨੂੰ ਮਾਰਨਾ ਕਰੀਏ। ਪਰਾਜੈ ਕਰੈ ਭੀਮ ਚੰਦੂ ਜੀ ਇਹਾਂ। ਇਸ ਕਰਕੇ ਭੀਮ ਚੰਦ ਰਾਜੇ ਨੂੰ ਆਪਾਂ ਪਰਾਜ ਦਈਏ, ਭਾਵ ਕਿ ਹਾਰ ਦਈਏ। ਭੀਮ ਚੰਦ ਰਾਜਾ ਹਾਰ ਜਾਵੇ, ਸਾਡੇ ਕੋਲ ਉਹਨੂੰ ਪਰਾਜੇ ਦੇਣੀ ਚਾਹੀਦੀ, ਹਾਰ ਦੇਣੀ ਚਾਹੀਦੀ ਹੈ। ਹਸੈ ਭੂਮ ਸਾਰੇ ਮਿਲੈ ਜਾਹੇ ਕੀਹਾਂ। ਅਤੇ ਫਿਰ ਸਾਰੇ ਰਾਜੇ ਹੱਸਣਗੇ। ਜੇ ਅਸੀਂ ਉਹਦੇ ਕੋਲੋਂ ਹਾਰ ਗਏ ਤੇ ਫਿਰ ਲੋਕੀ ਆਪਣੇ ਤੇ ਹੱਸਣਗੇ ਤੇ ਆਪਾਂ ਕਿੱਥੇ ਜਾਵਾਂਗੇ। ਅਬੈ ਦੇਖ ਮੋਕੋ ਕਰੋ ਜੁਧ ਭਾਰੀ। ਹੁਣ ਜਿਸ ਤਰ੍ਹਾਂ ਮੈਂ ਕਹਿੰਦਾ ਮੇਰੇ ਵੱਲ ਵੇਖ ਕੇ ਤੁਸੀਂ ਭਾਰੀ ਯੁੱਧ ਕਰਨਾ ਕਰੋ। ਚਲੇ ਆਏ ਜੋ ਸਬੈ ਦਿਓ ਨਿਵਾਰੀ। ਜਿਹੜਾ ਅੱਗੇ ਵੱਧ ਕੇ ਆਵੇ ਮਹਾਰਾਜ ਦਾ ਸੂਰਮਾ ਜਾਂ ਭੀਮ ਚੰਦ ਦਾ ਸੂਰਮਾ, ਜਿਹੜਾ ਵੀ ਅੱਗੇ ਵੱਧ ਕੇ ਆਉਂਦਾ ਉਸ ਨੂੰ ਮਾਰ ਕੇ ਨਾਸ ਕਰ ਦਿਓ। ਕਿਰਪਾਲੰ ਕਹਿਓ ਮੈਂ ਰਹੋ ਤੋਹੇ ਸੰਗ। ਉਸ ਵੇਲੇ ਕਿਰਪਾਲ ਚੰਦ ਰਾਜਾ ਕਹਿਣ ਲੱਗਾ ਵੀ ਮੈਂ ਤੇਰੇ ਨਾਲ ਹੀ ਰਵਾਂਗਾ, ਬਿਜੜ ਵਾਲੀਆ ਰਾਜਾ, ਆਪਾਂ ਇਕੱਠੇ ਰਹਾਂਗੇ। ਅਤੋ ਭੀਮ ਚੰਦੰ ਪਟੰ ਅੰਗ ਭੰਗਾ। ਆਪਾਂ ਦੋਨੇ ਜਾਣੇ ਮਿਲ ਕੇ ਭੀਮ ਚੰਦ ਰਾਜੇ ਦੇ ਸੂਰਮਿਆਂ ਨੂੰ ਮਾਰ ਦੇਵਾਂਗੇ। ਤੋਹੂ ਭੂਪ ਐਸੇ ਜਵੈ ਮੰਤਰ ਕੀਨੋ। ਕਹਿਣ ਲੱਗੇ ਦੋਨਾਂ ਰਾਜਿਆਂ ਨੇ, ਬਿਜੜ ਵਾਲੀਆ ਰਾਜਾ ਤੇ ਕਟੋਚੀਆ ਰਾਜਾ, ਇਹਨਾਂ ਦੋਨਾਂ ਰਾਜਿਆਂ ਨੇ ਮਹਾਰਾਜ ਨਾਲ ਲੜਨ ਵਾਸਤੇ, ਔਰ ਜਿਸ ਰਾਜੇ ਦੀ ਮਦਦ ਵਾਸਤੇ ਮਹਾਰਾਜ ਆਏ ਨੇ ਭੀਮ ਚੰਦ, ਉਹਦੇ ਨਾਲ ਲੜਨ ਵਾਸਤੇ ਇਹਨਾਂ ਨੇ ਸਲਾਹ ਕੀਤੀ ਹੈ। ਵੱਡੋ ਜੰਗ ਮਾਚੋ ਨਿਜੰ ਹੀਨ ਚੀਨਾ। ਕਹਿਣ ਲੱਗੇ ਬੜਾ ਭਿਆਨਕ ਗੁਰਮੁਖੋ ਜੰਗ ਮਚਿਆ ਹੈ, ਆਪੋ ਆਪਣੇ ਥਾਂ ਤੇ ਬੜੇ ਸੂਰਮੇ ਲੜਨ ਵਾਸਤੇ ਰੁੱਝੇ ਹੋਏ ਹਨ। ਧਰੇ ਚਾਂਪ ਆਪੇ ਨਿਕਾਸੇ ਖਤੰਗਾ। ਕਹਿਣ ਲੱਗੇ ਵੀ ਹੱਥ ਵਿੱਚ ਬੜੇ ਕਠਨ ਧਨੋਖਾ ਤੇ ਬੜੇ ਤਿੱਖੇ ਤੀਰ ਇਹਨਾਂ ਨੇ ਚਲਾਉਣ ਵਾਸਤੇ ਫੜੇ ਹੋਏ ਹਨ। ਹਕਾਰੇ ਮਹਾਂਵੀਰ ਲੈ ਆਪ ਸੰਗ। ਆਪਸ ਵਿੱਚ ਇਹਨਾਂ ਨੇ ਸੂਰਮੇ ਬੁਲਾਏ
ਆਏ ਨੇ ਜੰਗ ਲੜਨ ਵਾਸਤੇ ਇੱਕ ਦੂਜੇ ਦੇ ਨਾਲ। ਗਹੇ ਬ੍ਰਿੰਦ ਸੇਲੇ ਤੋ ਭੰਗੈ ਬਹੁਤ ਸੰਭਾਰੀ, ਜ਼ਿਆਦੇ ਬਰਸੇ ਤੇ ਬੰਦੂਕਾਂ ਇਹਨਾਂ ਨੇ ਹੱਥ ਵਿੱਚ ਫੜੀਆਂ ਹੋਈਆਂ ਹਨ। ਹਕਾਰੇ ਮਹਾਂਵੀਰ ਲੈ ਆਪ ਸੰਗਾ, ਹਕਾਰੇ ਮਹਾਂਵੀਰ ਲੈ ਆਪ ਸੰਗਾ। ਆਪਣੇ ਆਪਣੇ ਸੂਰਮੇ ਜਿਹੜੇ ਨੇ ਜੰਗ ਕਰਨ ਵਾਸਤੇ ਇਹਨਾਂ ਨੇ ਆਪਣੇ ਕੋਲ ਬੁਲਾ ਲਏ ਹਨ। ਗਹੇ ਬ੍ਰਿੰਦ ਸੇਲੇ ਤੋ ਭੰਗੈ ਸੰਭਾਰੀ, ਬਹੁਤ ਜ਼ਿਆਦੇ ਬਰਸੇ ਹੱਥ ਵਿੱਚ ਫੜੇ ਹੋਏ, ਕਈਆਂ ਨੇ ਬੰਦੂਕਾਂ ਹੱਥ ਵਿੱਚ ਫੜੀਆਂ ਹੋਈਆਂ ਹਨ। ਬਰੂਦਾਂ ਕਸੀ ਠੋਕ ਗੋਰੀ ਦੋ ਡਾਰੀ, ਕਹਿਣ ਲੱਗੇ ਬੰਦੂਕਾਂ ਵਿੱਚ ਬਰੂਦ ਕੱਸਿਆ ਭਰ ਭਰ ਕੇ ਠੋਕਿਆ ਹੋਇਆ ਗਜਾਂ ਦੇ ਨਾਲ ਤੇ ਬਿਲਕੁਲ ਚਲਾਉਣ ਦੀ ਤਿਆਰੀ ਹੈ। ਪਰਮਾਏ ਉਤੰਗੇ ਧਰੇ ਹਾਥ ਨੇਜੇ, ਹੱਥ ਵਿੱਚ ਕਈਆਂ ਨੇ ਬਰਸ਼ੇ ਫੜੇ ਹੋਏ ਤੇ ਹੱਥ ਵਿੱਚ ਬਰਸ਼ਿਆਂ ਨੂੰ ਇੱਧਰ ਉੱਧਰ ਘੁਮਾਉਂਦੇ ਹਨ। ਹਤੈ ਛਤਰ ਸੋਹੈ ਜਮੰ ਧਾਮ ਤੇ ਜਿਹਨੂੰ ਭੇਜੇ, ਬਰਸ਼ਾ ਮਾਰਦੇ ਨੇ ਉਸ ਨੂੰ ਮਾਰ ਦਿੰਦੇ ਤੇ ਜਮਾਂ ਦੇ ਘਰ ਵਿੱਚ ਸੂਰਮੇ ਸੁਭਾ ਪਾਰ ਹੈ ਜਿਹੜੇ ਜੰਗ ਦੇ ਵਿੱਚ ਇਸ ਤਰ੍ਹਾਂ ਮਰ ਕੇ ਪ੍ਰਾਪਤ ਹੁੰਦੇ ਹਨ। ਚਲੇ ਬਾਜ ਸ਼ੋਰਿਓ ਤਵੈ ਬਾਜ ਲਿਆਏ, ਕਹਿਣ ਲੱਗੇ ਉਸ ਵੇਲੇ ਚਲੇ ਬਾਰ ਸ਼ੋਰਿਓ, ਜਦੋਂ ਇਹਨਾਂ ਨੇ ਬਾਰ ਛੱਡੇ ਨਾ ਇੱਕੇ ਵਾਰੀ ਤੇ ਉਸ ਵੇਲੇ ਤਬੈ ਬਾਜ ਲਿਆਏ। ਕਹਿਣ ਲੱਗੇ ਵੀ ਇੱਕੇ ਵਾਰੀ ਜਦੋਂ ਇਹਨਾਂ ਨੇ ਹਮਲਾ ਕੀਤਾ ਤੇ ਬਾਹਰ ਨਿਕਲਣ ਵਾਲਾ ਵਾੜਾ ਜਿਹੜਾ ਸੀ ਛੱਡ ਤੁਰੇ। ਕੁਝ ਫੌਜ ਜਿਹੜੀ ਹੈ ਨਾ ਇਹਨਾਂ ਦੇ ਬਹੁਤਾ ਜ਼ੋਰ ਪਾਉਣ ਦੇ ਨਾਲ ਵਾੜਾ ਛੱਡ ਕੇ ਤੇ ਬਾਹਰ ਨੂੰ ਨਿਕਲਣ ਵਾਸਤੇ ਮਜਬੂਰ ਹੋ ਗਈ ਹੈ। ਬੱਕੈ ਮਾਰ ਮਾਰਉ ਖਤੰਗੈ ਚਲਾਏ, ਆਖਦੇ ਮਾਰ ਲਓ ਤੇ ਤਿੱਖੇ ਤੀਰ ਚੱਲਦੇ ਹਨ। ਹਿਰਦੇ ਕੋਪ ਹੋਵੈ ਕੈ ਕਟੋਚੀ ਕਿਰਪਾਲੰ, ਇਹ ਜਿਹੜਾ ਕਟੋਚੀਆ ਰਾਜਾ ਕਿਰਪਾਲ ਚੰਦ ਮਨ ਵਿੱਚ ਬੜਾ ਗੁੱਸਾ ਕਰਕੇ ਤੇ ਆਪਣਾ ਕਿਲਾ ਬਚਾਉਣ ਵਾਸਤੇ ਆਪਣਾ ਵਾੜਾ ਬਚਾਉਣ ਵਾਸਤੇ ਲੜਦਾ ਹੈ। ਚਲਿਓ ਜੰਗ ਕੋ ਬਾਦ ਬਾਜੇ ਬਿਸਾਲੰ, ਕਹਿਣ ਲੱਗੇ ਵੀ ਇਸ ਤਰ੍ਹਾਂ ਬਾਜੇ ਬੜੇ ਵੱਜਦੇ ਪਏ ਤੇ ਬਹੁਤ ਜ਼ਿਆਦਾ ਜੰਗ ਉਸ ਵੇਲੇ ਹੋ ਰਿਹਾ ਹੈ। ਲੱਗੇ ਢੋਲ ਡੰਕੇ ਸੋ ਧੌਂਸੇ ਕਹਿਣ ਤੁੰਕਾਰੇ, ਲੱਗੇ ਢੋਲਾਂ ਦੇ ਉੱਪਰ ਡੰਕਾ ਵੱਜਦਾ ਪਿਆ, ਨਗਾਰਿਆਂ ਦੇ ਉੱਪਰ ਉਸ ਵੇਲੇ ਵੱਜਦੇ ਪਏ ਡੱਗੇ ਤੇ ਬਹੁਤ ਜ਼ਿਆਦੀ ਸਾਜ਼ਾਂ ਦੀ ਆਵਾਜ਼ ਹੈ। ਮਿਲੇ ਆਪ ਮਾਹੀ ਬਕੈ ਮਾਰ ਮਾਰੇ, ਸੂਰਮੇ ਕਹਿੰਦੇ ਮਾਰ ਲਓ ਇਸ ਤਰ੍ਹਾਂ ਆਪਸ ਵਿੱਚ ਇੱਕ ਦੂਜੇ ਨੂੰ ਲਲਕਾਰਦੇ ਹਨ। ਕਰਾ ਚੌਲ ਕਾਢੇ ਖਿਮੰਕੇ ਕਰਲੇ, ਕਰਾ ਚੌਲ ਨਾਮ ਕਿਰਪਾਨ ਦਾ ਸ੍ਰੀ ਸਾਹਿਬ ਦਾ। ਕਹਿਣ ਲੱਗੇ ਤੇਗਾਂ ਜਿਹੜੀਆਂ ਹੱਥ ਵਿੱਚ ਤਲਵਾਰਾਂ ਚਮਕਦੀਆਂ ਪਈਆਂ ਹਨ। ਕਟੇ ਅੰਗ ਬੀਰੋਂ ਘਨੇ ਘਾਵ ਡਾਲੇ, ਬਹੁਤੇ ਸੂਰਮਿਆਂ ਦੇ ਅੰਗ ਕਟੇ ਹੋਏ ਤੇ ਕਹਿਣ ਲੱਗੇ ਬਹੁਤਿਆਂ ਨੂੰ ਬੜੇ ਭਾਰੀ ਘਾਵ ਜ਼ਖਮ ਲੱਗੇ ਹੋਏ ਹਨ। ਭਏ ਸ਼ਨ ਭਿੰਨਾ ਸਿਦੇ ਸ਼ਿਪਰ ਬੀਰੋਂ, ਇਸ ਤਰ੍ਹਾਂ ਸੂਰਮੇ ਕਹਿਣ ਲੱਗੇ ਛਿਣ ਹੋ ਕੇ ਕੱਟ ਕੇ ਬੜੀ ਛੇਤੀ ਧਰਤੀ ਤੇ ਡਿੱਗਦੇ ਪਏ। ਕਿਸੂ ਹੱਥ ਕਾਟੇ ਕਿਸੂ ਕੰਧ ਚੀਰੋਂ, ਕਹਿਣ ਲੱਗੇ ਕਿਸੇ ਦਾ ਹੱਥ ਵੱਢਿਆ ਗਿਆ ਤੇ ਕਿਸੇ ਦਾ ਮੋਢਾ ਜਿਹੜਾ ਹੈ ਨਾ ਉਹ ਤਲਵਾਰ ਦੇ ਨਾਲ ਮੋਢਾ ਵੱਢਿਆ ਗਿਆ ਹੈ। ਕਿਤੇ ਪਾਮ ਕਾਂਟੇ ਕੁਰਾਹੇ ਕਰਾਲਾ, ਕਿਸੇ ਦਾ ਜੰਗ ਵਿੱਚ ਪੈਰ ਵੱਢਿਆ ਗਿਆ ਤੇ ਕੋਈ ਕਰਾਉਂਦਾ ਪਿਆ ਰੋਂਦਾ ਪਿਆ, ਹਾਏ ਮਾਰਿਆ ਗਿਆ। ਕੋਈ ਇਸ ਤਰ੍ਹਾਂ ਕਰਾਂਦੇ ਪਏ, ਕੋਈ ਰੋਂਦੇ ਪਏ, ਤੜਫਦੇ ਪਏ ਹਨ। ਕਟੇ ਮੁੰਡ ਕਾਂਕੇ ਪਰੇ ਰੁੰਡ ਮਾਲਾ, ਕਹਿਣ ਲੱਗੇ ਕਿਸੇ ਦਾ ਮੂੰਹ ਵੱਢਿਆ ਹੋਇਆ ਤੇ ਕਿਸੇ ਦਾ ਖੋਪੜੀ ਸਿਰ ਦੀ ਜਿਹੜੀ ਹੈ ਨਾ ਇਹ ਪਰੇ ਡਿੱਗੀ ਹੋਈ ਹੈ। ਕਿਸੇ ਦਾ ਮੂੰਹ ਵੱਢਿਆ ਗਿਆ ਤੇ ਕਿਸੇ ਦਾ ਮੁੰਡੀ ਕਹਿਣ ਲੱਗੇ ਵੀ ਸਿਰ ਵੱਢ ਕੇ ਸਮੇਤ ਧੌਣ ਗਰਦਨ ਪਰੇ ਪਿਆ ਹੋਇਆ ਹੈ। ਜਥਾ ਪਾਠ ਮੈਂ ਧਾਨ ਪੁੰਜੰਤ ਕੋਈ, ਕਹਿਣ ਲੱਗੇ ਜਿਸ ਤਰ੍ਹਾਂ ਪਹਿਲੇ ਸਮੇਂ ਵਿੱਚ ਬੀਬੀਆਂ ਭੱਠੀ ਵੇ ਦਾਣੇ ਭੁੱਲਦੀਆਂ, ਪਠਿਆਲਾ ਦਾਣੇ ਭੁੱਲਦਾ ਤੇ ਉਹ ਦਾਣੇ ਕੜ ਦੀ ਆਵਾਜ਼ ਕਰਕੇ ਤੇ ਬੁੜਕ ਕੇ ਕੜਾਈ ਵਿੱਚੋਂ ਬਾਹਰ ਡਿੱਗਦੇ। ਕਹਿਣ ਲੱਗੇ ਇਸ ਤਰ੍ਹਾਂ ਕੜ ਦੀ ਆਵਾਜ਼ ਬੰਦੂਕਾਂ ਦੀ ਗੋਲੀਆਂ ਦੀ ਆਉਂਦੀ ਹੈ ਤੇ ਦਾਣਿਆਂ ਦੇ ਵਾਂਗ ਉੱਡ ਕੇ ਸਿਰ ਜਿਹੜੇ ਧਰਤੀ ਤੇ ਡਿੱਗਦੇ ਪਏ ਤੂੰ ਫੰਗਾ ਛੁੱਟੀ ਕੋ ਤਥਾ ਨਾਦ ਹੋਈ, ਕਹਿਣ ਲੱਗੇ ਇਸ ਤਰ੍ਹਾਂ ਬੰਦੂਕਾਂ ਚੱਲਦੀਆਂ ਤੇ ਬਹੁਤ ਭਾਰੀ ਰੌਲਾ ਪੈ ਰਿਹਾ ਹੈ। ਪਲੀਤੇ ਤੁਖੇ ਦੌਨ ਔਰੀ ਸਮੂਹ, ਦੋਵਾਂ ਪਾਸਿਆਂ ਤੋਂ ਬੰਦੂਕਾਂ ਦੇ ਪਲੀਤੇ ਬੰਦੂਕਾਂ ਚਲਾਉਣ ਵਾਸਤੇ ਬਰੂਦ ਨੂੰ ਅੱਗ ਲਾਉਣ ਵਾਸਤੇ ਧੁਖਦੇ ਪਏ ਹਨ। ਜੁਟੇ ਆਪ ਮਾਹੀ ਦੁਈ ਦੀਹ ਹੂਹਾ, ਦੋਵਾਂ ਪਾਸਿਆਂ ਦੇ ਸੂਰਮੇ ਜੁਟ ਪਏ ਇੱਕ ਦੂਜੇ ਨਾਲ ਲੜਨ ਵਾਸਤੇ ਤੇ ਬਹੁਤ ਜ਼ਿਆਦਾ ਉਸ ਵੇਲੇ ਸ਼ੋਰ ਸ਼ਰਾਬਾ ਦੋਨਾਂ ਪਾਸਿਆਂ ਤੋਂ ਬੜਾ ਰੌਲਾ ਪੈ ਰਿਹਾ ਹੈ। ਚਲੇ ਤੀਰ ਤੀਖੇ ਕਮਾਨ ਕੜੰਕੀ, ਇਸ ਤਰ੍ਹਾਂ ਕਹਿਣ ਲੱਗੇ ਵੀ ਕਮਾਨਾਂ ਵਿੱਚੋਂ ਤਿੱਖੇ ਤੀਰ ਚੱਲਦੇ ਤੇ ਕਮਾਨਾਂ ਵੀ ਕੜ ਦੀ ਆਵਾਜ਼ ਚੜ ਦੀ ਆਵਾਜ਼ ਕਮਾਨਾਂ ਵਿੱਚੋਂ ਵੀ ਆਉਂਦੀ ਹੈ। ਭਏ ਹੱਥ ਵਥਮ ਕਿਰਪਾਨ ਸੜੰਕੀ, ਕਹਿਣ ਲੱਗੇ ਵੀ ਸੂਰਮੇ ਜਿਹੜੇ ਨੇ ਹੱਥੋਂ ਹੱਥੀ ਲੜਾਈ ਦੇ ਵਿੱਚ ਹੋ ਗਿਆ, ਕਿਰਪਾਨਾਂ ਫੜ ਕੇ ਤੀਰ ਵੀ ਪਰੇ ਹੋ ਗਿਆ, ਬੰਦੂਕਾਂ ਵੀ ਪਰੇ ਨਿਕਲ ਗਈਆਂ। ਇਸ ਵੇਲੇ ਹੱਥੋਂ ਹੱਥ ਦੀ ਲੜਾਈ ਆਮਣੇ ਸਾਹਮਣੇ ਦੀ ਲੜਾਈ ਸ਼ੁਰੂ ਹੋਈ ਹੈ। ਛੁੱਟਿਓ ਸਰੋਣ ਘਾਵੋਂ ਭਏ ਲਾਲ ਬਾਗੇ, ਜਿੱਥੇ ਤਲਵਾਰ ਦਾ ਤੇਗ ਦਾ ਵਾਰ ਲੱਗਦਾ ਜ਼ਖਮ ਹੁੰਦਾ ਤੇ ਵਿੱਚੋਂ ਖੂਨ ਨਿਕਲਦਾ ਹੈ। ਅਪਾਤਮ ਪਲਾਸੀ ਮਨੋਂ ਫੂਲ ਲਾਗੇ, ਕਹਿਣ ਲੱਗੇ ਵੀ ਜਿਸ ਤਰ੍ਹਾਂ ਪਲਾਸੀ ਦੇ ਫੁੱਲ ਹੁੰਦੇ ਨਾ ਗੁਰਮੁਖੋ, ਜਿਹਨਾਂ ਸ਼ਿਸ਼ਰੇ ਦੇ ਫੁੱਲ ਕਿਹਾ ਜਾਂਦਾ, ਉਹ ਲਾਲ ਰੰਗ ਦੇ ਹੁੰਦੇ। ਕਹਿਣ ਲੱਗੇ ਖੂਨ ਇੰਨਾ ਡੁੱਲਦਾ ਪਿਆ ਵੀ ਮੰਨ ਲਓ ਧਰਤੀ ਤੇ ਲਾਲ ਫੁੱਲ ਖਿੜੇ ਹੋਣ। ਕਟੋਚੀ ਕਿਰਪਾਲੰ ਕਪਿਓ ਕਰੂਰ ਤੁੰਡੇ, ਕਹਿਣ ਲੱਗੇ ਇਹ ਜਿਹੜਾ ਕਟੋਚੀਆ ਰਾਜਾ ਕਿਰਪਾਲ ਚੰਦ ਕੁਪਿਓ ਬਹੁਤ ਭਾਰੀ ਗੁੱਸੇ ਦੇ ਵਿੱਚ ਆ ਕੇ
ਤੇ ਕਹਿਣ ਲੱਗੇ ਗੁੱਸੇ ਵਿੱਚ ਆ ਕੇ ਉਸ ਵੇਲੇ ਕਰੜਾ ਇਸਨੇ ਮੁੱਖ ਕਰਕੇ ਜੰਗ ਵਾਸਤੇ ਵਧਿਆ ਹੈ। ਪਰ ਹਾਰੇ ਕਿਰਪਾਲੋਂ ਕੀਏ ਰੁੰਡ ਮੁੰਡ। ਬਹੁਤ ਜ਼ਿਆਦੀ ਤਲਵਾਰ ਚਲਾਈ ਇਸ ਕਟੋਚੀਏ ਰਾਜੇ ਨੇ ਤੇ ਕਹਿਣ ਲੱਗੇ ਕਈਆਂ ਦੇ ਸਿਰ ਇਸਨੇ ਲਾ ਸੁੱਟੇ ਭਏ ਹਨ। ਸਾਮੂਹੇ ਤੁੰਦ ਤਾਜੀ ਤਰਪਾਇਓ। ਭਾਵੇਂ ਇਹਦੇ ਸਾਹਮਣੇ ਬੰਦਾ ਆ ਜਾਵੇ ਤੇ ਭਾਵੇਂ ਘੋੜਾ ਆ ਜਾਵੇ, ਇੰਨੀ ਸੂਰਮਤਾਈ ਦੇ ਨਾਲ ਇੰਨੇ ਗੁੱਸੇ ਨਾਲ ਤਲਵਾਰ ਚਲਾਉਂਦਾ ਹੈ। ਇਹਦੀ ਤਲਵਾਰ ਦੇ ਅੱਗੇ ਨਾ ਕੋਈ ਘੋੜਾ ਟਿਕਿਆ ਤੇ ਨਾ ਕੋਈ ਸਿਪਾਹੀ ਖਲੋਂਦਾ ਹੈ। ਦੰਡੰ ਸਰੰ ਸੰਦ ਬ੍ਰਿੰਦੰ ਚਲਾਏ। ਆਪਣੇ ਧਨੁਖ ਦੇ ਵਿੱਚ ਬੜੇ ਬੜੇ ਭਿਆਨਕ ਤੀਰ ਰੱਖ ਰੱਖ ਕੇ ਇਸਨੇ ਚਲਾਏ ਹਨ। ਮਰੇ ਵੀਰ ਘੂਮੈ ਪਰਿਲੋਥ ਭੂਮੈ। ਬਹੁਤੇ ਸੂਰਮੇ ਮਰੇ ਹੋਏ ਧਰਤੀ ਤੇ ਡਿੱਗੇ ਪਏ ਤੇ ਕੋਈ ਝੂਮ ਝੂਮ ਕੇ ਘੁੰਮ ਘੁੰਮ ਕੇ ਧਰਤੀ ਤੇ ਡਿੱਗਦੇ ਤੇ ਲਾਸ਼ਾਂ ਦੇ ਢੇਰ ਲੱਗ ਗਏ ਹਨ। ਚਲੈ ਬਾਨ ਗੋਰੀ ਪਟੰ ਪ੍ਰਾਨ ਹੂਮੈ। ਬਹੁਤ ਜ਼ਿਆਦੀਆਂ ਗੋਲੀਆਂ ਚੀਤੇ ਤੀਰ ਚੱਲਦੇ ਪਏ ਤੇ ਕਹਿਣ ਲੱਗੇ ਗੋਲੀਆਂ ਤੀਰ ਚੱਲਣ ਦੇ ਨਾਲ ਸੂਰਮਿਆਂ ਦੇ ਪ੍ਰਾਣ ਨਾਸ ਹੁੰਦੇ ਹਨ। ਰੁਪਏ ਵੀਰ ਧੀਰੰ ਖਰੇ ਘਾਮ ਖਾਏ। ਜਿਹੜੇ ਸੂਰਮੇ ਨੇ ਨਾ ਧੀਰਜ ਵਾਲੇ ਉਹ ਜੰਗ ਵਿੱਚ ਖਲੋਤੇ ਹੋਏ, ਭਾਵੇਂ ਉਹਨਾਂ ਨੂੰ ਜ਼ਖਮ ਵੀ ਲੱਗ ਗਏ ਨੇ ਪਰ ਕਈ ਐਸੇ ਬਹਾਦਰ ਨੇ ਉਹ ਜ਼ਖਮ ਖਾਣ ਦੇ ਬਾਵਜੂਦ ਵੀ ਜੰਗ ਵਿੱਚ ਖੜੇ ਹੋਏ ਹਨ। ਕਟੇ ਕੋਪ ਕਹਿ ਕਹਿ ਤਜੀ ਪੈ ਨਾ ਥਾਏ। ਕਹਿਣ ਲੱਗੇ ਕੁਝ ਗੁੱਸੇ ਵਿੱਚ ਆ ਕੇ ਵੱਢਦੇ ਪਏ, ਕੁਝ ਗੁੱਸੇ ਵਿੱਚ ਆ ਕੇ ਆਪ ਮਰਦੇ ਪਏ ਪਰ ਆਪਣੀਆਂ ਆਪਣੀਆਂ ਥਾਵਾਂ ਛੱਡੀਆਂ ਨਹੀਂ ਹਨ। ਉਤੈ ਬੀਜੜੰ ਬਾਲੀਆ ਨਾਮ ਦਿਆਲੰ। ਕਹਿਣ ਲੱਗੇ ਦੂਜੇ ਪਾਸੇ ਇਹ ਜਿਹੜਾ ਬਿਜੜੀਆ ਰਾਜਾ ਹੈ ਇਹਦਾ ਨਾਮ ਹੈ ਦਿਆਲ ਚੰਦ, ਵੀ ਬੜਾ ਭਿਆਨਕ ਜੰਗ ਕਰਦਾ ਹੈ। ਕਨੇ ਬਾਰ ਕੀਨੇ ਮਿਸਾਲੇ ਕਰਾਲੰ। ਇਸਨੇ ਵੀ ਬਹੁਤ ਜ਼ਿਆਦਾ ਭਿਆਨਕ ਵਾਰ ਜਿਹੜੇ ਜੰਗ ਦੇ ਵਿੱਚ ਕੀਤੇ ਹਨ। ਲਈ ਸੈਨ ਸਾਰੀ ਮਹਾਰੌਰ ਪਾਏ। ਆਪਣੀ ਬਹੁਤ ਵੱਡੀ ਫੌਜ ਲੈ ਕੇ ਤੇ ਜੰਗ ਕਰਦਾ, ਬੜਾ ਭਿਆਨਕ ਰੌਲਾ ਪੈਂਦਾ ਹੈ। ਬਕੈ ਮਾਰ ਮਾਰੇ ਹੁਤੇ ਅਗਰ ਆਏ। ਆਖਦੇ ਨੇ ਮਾਰ ਲਓ ਜਿਹੜਾ ਅੱਗੇ ਵੱਧ ਕੇ ਆਇਆ ਇਸ ਨੂੰ ਮਾਰ ਲੈਣਾ ਕਰੋ। ਚਲਾਕੀ ਕਰੈ ਸ਼ੀਗਰਤਾ ਮਾਰ ਬੜੀ ਵੇਖੀ। ਚਲਾਕੀ ਜੰਗ ਦੇ ਵਿੱਚ ਵਰਤਦੇ ਤੇ ਬੜੀ ਛੇਤੀ ਦੇ ਨਾਲ ਮਾਰ ਮਾਰ ਕੇ ਸੂਰਮਿਆਂ ਨੂੰ ਸੁੱਟਦੇ ਹਨ। ਕਰੈ ਹੇਲ ਸ਼ਤਰਨ ਕੌਟਾਰ ਵੇਖੀ। ਇਸ ਤਰ੍ਹਾਂ ਦੁਸ਼ਮਣ ਦਾ ਹੱਲਾ ਟਾਲਣ ਵਾਸਤੇ, ਦੁਸ਼ਮਣ ਦਾ ਹੱਲਾ ਹਮਲਾ ਠੱਲਣ ਵਾਸਤੇ ਬੜੇ ਯਤਨ ਕਰਦੇ ਹਨ। ਹਟੇ ਪੈਰ ਪਾਛੇ ਪਿਖੇ ਭੀਮ ਚੰਦੰ। ਭੀਮ ਚੰਦ ਦੀ ਜਿਹੜੀ ਫੌਜ ਹੈ ਨਾ ਉਹ ਪਿੱਛੇ ਹਟਣ ਵਾਸਤੇ ਮਜਬੂਰ ਹੋ ਗਈ ਹੈ। ਬਿਜੜਵਾਲੀਆ ਰਾਜਾ ਤੇ ਕਟੋਚੀਆ ਰਾਜਾ ਇਹਨਾਂ ਨੇ ਐਸਾ ਭਿਆਨਕ ਜੰਗ ਕੀਤਾ ਹੈ ਕਿ ਭੀਮ ਚੰਦ ਰਾਜੇ ਦੀ ਫੌਜ ਇਸ ਵੇਲੇ ਮੈਦਾਨ ਤੋਂ ਪਿੱਛੇ ਹਟਣ ਵਾਸਤੇ ਮਜਬੂਰ ਹੋ ਗਈ ਹੈ। ਪ੍ਰਿਥੀ ਚੰਦ ਬੋਲਿਓ ਬਲੀ ਤੂੰ ਬਿਲੰਦੰ। ਤੇ ਭੀਮ ਚੰਦ ਨੇ ਵੀ ਵੇਖ ਲਿਆ ਵੀ ਮੇਰੀ ਫੌਜ ਪਿੱਛੇ ਮੁੜਦੀ ਪਈ ਹੈ। ਕਹਿਣ ਲੱਗੇ ਇੰਨੇ ਚਿਰ ਨੂੰ ਪ੍ਰਿਥੀਆ ਚੰਦ ਰਾਜਾ ਬੋਲ ਪਿਆ, ਕਹਿਣ ਲੱਗਾ ਭੀਮ ਚੰਦ ਤੂੰ ਆਪਣੇ ਆਪ ਨੂੰ ਬੜਾ ਬਹਾਦਰ ਸਮਝਦਾ ਔਰ ਕਹਿੰਦਾ ਹੈ ਕਿ ਮੈਂ ਬੜਾ ਬਹਾਦਰ ਹਾਂ। ਕਰੋ ਧੀਰ ਵੀਰਾਨ ਕਹੋਏ ਆਗੇ। ਅੱਗੇ ਹੋ ਕੇ ਤੇ ਆਪਣੇ ਸੂਰਮਿਆਂ ਨੂੰ ਹੌਸਲਾ ਦੇ। ਇਹ ਜੰਗ ਦੇ ਵਿੱਚੋਂ ਕਿਉਂ ਪਿੱਛੇ ਹਟਦੇ ਪਏ ਨੇ? ਆਪਣੇ ਸੂਰਮਿਆਂ ਨੂੰ ਹੌਸਲਾ ਦੇ ਕੇ ਅੱਗੇ ਕਰਨਾ ਕਰ। ਕਰਿਓ ਜੋਰ ਜੁਦੰ ਨਹੀਂ ਜਾਏ ਭਾਗੇ। ਇਸ ਵੇਲੇ ਜੰਗ ਦਾ ਬੜਾ ਜ਼ੋਰ ਪੈ ਗਿਆ ਤੇ ਵੇਖੀ ਕਿਤੇ ਤੇਰੇ ਸੂਰਮੇ ਜੰਗ ਮੈਦਾਨ ਛੱਡ ਕੇ ਭੱਜ ਨਾ ਜਾਣਾ ਕਰਨਾ। ਕਿਰਪਾਲੰ ਸੋ ਦਇਆਲੰ ਕਰਿਓ ਹੇਲ ਆਏ। ਕਹਿਣ ਲੱਗੇ ਕਿਰਪਾਲੀਆ ਰਾਜਾ ਤੇ ਦਿਆਲੀਆ ਰਾਜਾ, ਇਹ ਨਾਮ ਇੱਕ ਦਾ ਨਾਮ ਕਿਰਪਾਲ ਚੰਦ, ਇੱਕ ਦਾ ਨਾਮ ਦਿਆਲ ਚੰਦ, ਵੀ ਉਹ ਦੁਸ਼ਮਣ ਦੋ ਰਾਜਿਆਂ ਨੇ ਇੰਨਾ ਜ਼ੋਰ ਪਾਇਆ ਹੈ ਕਿ ਤੇਰੀ ਫੌਜ ਦੇ ਸਿਪਾਹੀ ਪਿੱਛੇ ਹਟਦੇ ਜਾਂਦੇ। ਇਹ ਨਾ ਹੋਵੇ ਕਿਤੇ ਜੰਗ ਮੈਦਾਨ ਵਿੱਚ ਵੀ ਭੱਜ ਜਾਣ, ਦੌੜ ਨਾ ਜਾਣ। ਅੱਗੇ ਹੋ ਕੇ ਆਪਣੇ ਸਿਪਾਹੀਆਂ ਨੂੰ ਹੌਸਲਾ ਦੇਣਾ ਕਰ। ਹਮਾਰੇ ਵਧੇ ਸੂਰ ਪਾਛੇ ਹਟਾਏ। ਸਾਡੇ ਸੂਰਮੇ ਪਹਿਲਾਂ ਅੱਗੇ ਵੱਧ ਗਏ ਸਨ ਪਰ ਉਹਨਾਂ ਨੇ ਮਾਰ ਕੇ ਪਿੱਛੇ ਮੋੜ ਦਿੱਤੇ ਹਨ। ਸੁਨਿਓ ਡਡਵਾਲੰ ਪ੍ਰਿਥੀ ਚੰਦ ਰਾਜਾ। ਕਹਿਣ ਲੱਗੇ ਵੀ ਜਦੋਂ ਇਹ ਬਚਨ ਸੁਣੇ ਨਾ ਪ੍ਰਿਥੀ ਚੰਦ ਰਾਜੇ ਦੇ, ਡੱਡਵਾਲੀਏ ਰਾਜੇ ਨੇ ਗੱਲਾਂ ਸੁਣੀਆਂ ਹਨ। ਕਰੋ ਜੁਧ ਕ੍ਰੋਧੋਂ ਪਿਖੋ ਆਪ ਰਾਜਾ। ਉਸਨੇ ਫਿਰ ਆਖਿਆ, ਕਹਿਣ ਲੱਗਾ ਵੀ ਮੈਂ ਅੱਗੇ ਹੋ ਕੇ ਜੰਗ ਕਰਦਾ, ਹੈ ਰਾਜਾ ਤੂੰ ਨਾ ਜਾ। ਜਦੋਂ ਭੀਮ ਚੰਦ ਰਾਜਾ ਅੱਗੇ ਜਾਣ ਲੱਗਾ ਨਾ ਲੜਨ ਵਾਸਤੇ ਤੇ ਡੱਡਵਾਲੀਆ ਰਾਜਾ ਆ ਗਿਆ।